ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬਾਣੀ ਚੈਨਲ ਵੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਤੇ ਦਰਸ਼ਕੋ, ਆਪਾਂ ਹਮੇਸ਼ਾ ਹੀ ਬਾਣੀ ਚੈਨਲ ਦੇ ਰਾਹੀਂ ਸ਼ਬਦ ਦੀ ਵਿਚਾਰ ਵੀ ਸੁਣਦੇ ਆ, ਔਰ ਬਹੁਤ ਹੀ ਵਡਭਾਗੀ ਆ ਆਪਾਂ ਸਾਰੇ ਹੀ ਇੱਕ ਬਾਣੀ ਚੈਨਲ ਦੇ ਉੱਤੇ ਭਾਈ ਸਾਹਿਬ ਭਾਈ ਡਿਪਟੀ ਸਿੰਘ ਜੀ ਆਪਣੇ ਵਡਮੁੱਲੇ ਵਿਚਾਰ ਅਸੀਂ ਉਹਨਾਂ ਦੇ ਵਡਮੁੱਲੇ ਵਿਚਾਰ ਉਹਨਾਂ ਦੇ ਪਾਸੋਂ ਸਰਵਣ ਕਰਦੇ ਆ। ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਡੀ ਸਾਰੀ ਹੀ ਸੰਗਤ ਨੂੰ ਸਮਝਾਉਣਾ ਕਰਦੇ ਨੇ ਭਾਈ ਸਾਹਿਬ ਭਾਈ ਡਿਪਟੀ ਸਿੰਘ ਜੀ। ਅੱਜ ਵੀ ਆਪਾਂ ਨੂੰ ਸੁਭਾਗੀ ਸਮਾਂ ਪ੍ਰਾਪਤ ਹੋਇਆ ਕਿ ਆਪਾਂ ਉਹਨਾਂ ਦੇ ਪਾਸੋਂ ਵਿਚਾਰ ਸਰਵਣ ਕਰਾਂਗੇ, ਉਹਨਾਂ ਦੇ ਵਡਮੁੱਲੇ ਵਿਚਾਰ। ਤਾਂ ਚਲੋ ਆਪਾਂ ਸਾਰੇ ਹੀ 1 ਘੰਟੇ ਦੇ ਲਈ ਜੁੜਦੇ ਆ ਇਸ ਵਿਚਾਰ ਦੇ ਨਾਲ ਕਿ ਨਾਮ ਕੀ ਹੈ, ਜਿਸ ਤਰ੍ਹਾਂ ਕਿ ਮੈਂ ਕੈਪਸ਼ਨ ਦੇ ਵਿੱਚ ਵੀ ਲਿਖਿਆ। ਤੇ ਭਾਈ ਸਾਹਿਬ ਜੀ ਹੁਣ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕਰਨਗੇ, ਆਪਾਂ ਉਹਨਾਂ ਦੇ ਪਾਸੋਂ ਸਰਵਣ ਕਰਾਂਗੇ ਜੀ। ਜੀ ਗੁਰਮੁਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਕਲਯੁਗੀ ਜੀਵਾਂ ਦੇ ਉੱਪਰ ਬਹੁਤ ਹੀ ਕਿਰਪਾ ਬਖਸ਼ਿਸ਼ ਕੀਤੀ ਹੈ ਕਿ ਇਸ ਕਲਯੁਗ ਵਿੱਚ, ਇਸ ਕਲਾ ਦੇ ਯੁੱਗ ਦੇ ਅੰਦਰ ਸਾਨੂੰ ਉਸ ਗੁਪਤ ਨਾਮ ਦਾ ਭੇਦ ਬਖਸ਼ਿਸ਼ ਹੋ ਰਿਹਾ ਹੈ, ਜਿਸ ਨੂੰ ਅਸੀਂ ਪਿਛਲੇ ਕਈ ਯੁੱਗਾਂ ਤੋਂ ਭੁੱਲੇ ਹੋਏ ਹਾਂ। ਨਾਮ ਨੂੰ ਭੁੱਲੇ ਹੋਣ ਕਰਕੇ ਸਾਨੂੰ ਵਾਰ-ਵਾਰ ਆਵਾਗਮਨ ਦੇ ਚੱਕਰ ਦੇ ਵਿੱਚ, ਜਨਮ ਮਰਨ ਦੇ ਵਿੱਚ ਆਉਣਾ ਪੈ ਰਿਹਾ ਹੈ। ਜਦੋਂ ਤੋਂ ਇਹ ਸ੍ਰਿਸ਼ਟੀ ਦੀ ਰਚਨਾ ਹੋਈ, ਨਿਰੰਕਾਰ ਪਰਮਾਤਮਾ ਨੇ ਇਹ ਖੇਲ ਸ਼ੁਰੂ ਕੀਤਾ ਤੇ ਅਸੀਂ ਸਾਰੇ ਹੀ ਇਸ ਖੇਲ ਦੇ ਵਿੱਚ ਖੇਲਣ ਵਾਸਤੇ ਆਏ। ਜੋ ਸਾਨੂੰ ਸਮਝਾ ਕੇ ਭੇਜਿਆ ਜਾਂਦਾ ਜਾਂ ਸਾਨੂੰ ਅਭਿਆਸ ਕਰਵਾ ਕੇ ਭੇਜਿਆ ਜਾਂਦਾ, ਜਿਸ ਤਰ੍ਹਾਂ ਪਿਛਲੀ ਵਿਚਾਰ ਵਿੱਚ ਵੀ ਆਪਾਂ ਸਰਵਣ ਕੀਤਾ ਹੈ, ਤੇ ਸੰਸਾਰ ਦੇ ਵਿੱਚ ਪ੍ਰਵੇਸ਼ ਹੋਣ ਤੇ ਅਸੀਂ ਉਹ ਸਾਰਾ ਅਭਿਆਸ ਆਪਣਾ ਭੁੱਲ ਜਾਂਦੇ, ਪਰਮਾਤਮਾ ਵੱਲੋਂ ਦਿੱਤੀ ਹੋਈ ਟ੍ਰੇਨਿੰਗ ਨੂੰ ਭੁੱਲ ਜਾਂਦੇ। ਸਾਡੇ ਮਨ ਦੀ ਜਿਹੜੀ ਲਿਵ ਸੀ ਉਹ ਨਾਮ ਨਾਲੋਂ ਟੁੱਟ ਜਾਂਦੀ, ਪਰਮਾਤਮਾ ਵੱਲੋਂ ਤੋੜ ਦਿੱਤੀ ਜਾਂਦੀ, ਤੇ ਸੰਸਾਰ ਦੇ ਵਿੱਚ ਜਿੱਥੇ ਆਪਾਂ ਵਿਚਰਦੇ ਸੀ, ਜਿਸ ਨੂੰ ਕਾਲ ਦਾ ਦੇਸ਼ ਗੁਰਬਾਣੀ ਦੇ ਵਿੱਚ ਕਿਹਾ ਗਿਆ, ਜਿੱਥੇ ਅਸੀਂ ਸਾਰਿਆਂ ਨੇ ਖੇਲ ਖੇਲਣਾ ਹੁੰਦਾ ਆ, ਜਿਸ ਨੂੰ ਗੁਰਬਾਣੀ ਦੇ ਵਿੱਚ ਮਹਾਰਾਜ ਜੀ ਸਮਝਾਉਂਦੇ ਨੇ, ਕੌਤਕ ਕਾਲ ਇਹ ਹੁਕਮ ਪਠਾਇਆ, ਜੀ ਜੰਤ ਉਪਾਏ ਸਮਾਇਆ, ਵੇਖੇ ਵਿਗਸੇ ਸਭ ਰੰਗ ਮਾਣੇ, ਰਚਨ ਕੀਨਾ ਇੱਕ ਆਕਾੜਾ। ਕਿ ਜੋ ਇਹ ਪਰਮਾਤਮਾ ਨੇ ਖੇਲ ਸ਼ੁਰੂ ਕੀਤਾ ਹੈ ਕਿ ਅਸੀਂ ਇਸ ਕਾਲ ਦੇ ਦੇਸ਼ ਦੇ ਵਿੱਚ, ਕਾਲ ਦੇ ਦਾਇਰੇ ਦੇ ਵਿੱਚ, ਜਿੱਥੇ ਅਸੀਂ ਖੇਲਣ ਵਾਸਤੇ ਆਏ ਹਾਂ, ਇੱਥੇ ਆ ਕੇ ਜਦੋਂ ਸਾਡੀ ਨਾਮ ਦੇ ਨਾਲੋਂ ਲਿਵ ਟੁੱਟ ਜਾਂਦੀ ਤਾਂ ਸਾਨੂੰ ਇੱਥੇ ਭੇਤ ਦੇਣ ਵਾਲਾ ਕੋਈ ਨਹੀਂ ਸੀ, ਦੱਸਣ ਵਾਲਾ ਕੋਈ ਨਹੀਂ ਸੀ, ਜਿਸ ਕਰਕੇ ਉਹਨੇ ਚਿਰ ਨੂੰ ਸਾਡੇ ਸਵਾਸ ਖਤਮ ਹੋ ਜਾਂਦੇ ਨੇ, ਸਾਨੂੰ ਫੇਰ ਸਰੀਰ ਛੱਡਣਾ ਪੈਂਦਾ, ਫਿਰ ਵਾਪਸ ਅਸੀਂ ਜਾਂਦੇ, ਉੱਥੇ ਫਿਰ ਸਾਨੂੰ ਅਭਿਆਸ ਕਰਾਇਆ ਜਾਂਦਾ, ਫਿਰ ਮਾਤਾ ਦੇ ਉਦਰ ਦੇ ਵਿੱਚ ਫਿਰ ਸਾਡੀ ਟ੍ਰੇਨਿੰਗ ਹੁੰਦੀ, ਫਿਰ ਜਦੋਂ ਅਸੀਂ ਸੰਸਾਰ ਵਿੱਚ ਆਉਂਦੇ ਤੇ ਸਾਡੀ ਨਾਮ ਦੇ ਨਾਲ ਲਿਵ ਟੁੱਟ ਜਾਂਦੀ। ਇੱਥੇ ਫਿਰ ਸੰਸਾਰ ਦੇ ਵਿੱਚ ਕੋਈ ਦੱਸਣ ਵਾਲਾ ਨਹੀਂ ਸੀ। ਜੇ ਅਸੀਂ ਕਿਸੇ ਕੋਲ ਜਾਂਦੇ, ਕਿਸੇ ਨੂੰ ਪੁੱਛਦੇ ਕਿ ਅਸੀਂ ਮੁਕਤ ਹੋਣਾ ਚਾਹੁੰਦੇ ਹਾਂ, ਕਿਵੇਂ ਮੁਕਤ ਹੋ ਸਕਦੇ ਹਾਂ, ਤੇ ਵੱਧ ਤੋਂ ਵੱਧ ਇਹ ਦੱਸਿਆ ਜਾਂਦਾ ਵੀ ਜੇ ਤੁਸੀਂ ਦਾਨ ਕਰੋ, ਇੰਨਾ ਪੁੰਨ ਕਰੋ,
ਤੇ ਤੁਹਾਨੂੰ ਦਰਗਾਹ ਦੇ ਵਿੱਚ ਸਵਰਗਾਂ ਦੇ ਵਿੱਚ ਥਾਂ ਮਿਲ ਜੇਗੀ। ਜੇ ਤੁਸੀਂ ਇਹ ਦਾਨ ਪੁੰਨ ਨਾ ਕੀਤਾ ਤੇ ਨਰਕਾਂ ਦੇ ਵਿੱਚ ਚਲੇ ਜਾਓਗੇ। ਹੁਣ ਇਸ ਅਵਸਥਾ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਨੇ ਕਿ ਅਸੀਂ ਉਸ ਨਾਮ ਤੋਂ, ਹਰ ਤੱਤ ਤੋਂ ਵਾਂਝੇ ਰਹਿ ਗਏ ਤੇ ਕਿਸ ਅਵਸਥਾ ਵਿੱਚ ਸੰਸਾਰ ਵਿਚਰਦਾ ਰਿਹਾ। ਸਿਮਰਤ ਸਾਸਤ ਪਾਪ ਪੁੰਨ ਵਿਚਾਰਦੇ, ਤਤੈ ਸਾਰ ਨਾ ਜਾਣੀ। ਤਤੈ ਸਾਰ ਨਾ ਜਾਣੀ ਗੁਰੂ ਬਾਝੋਂ, ਤਤੈ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭਰਮ ਸੁੱਤਾ। ਸੁੱਤਿਆਂ ਰਹਿਣ ਵਿਹਾਣ। ਤਿੰਨ ਗੁਣ, ਰਜੋ ਗੁਣ, ਤਮੋ ਗੁਣ ਅਰ ਸਤੋ ਗੁਣ ਵਿੱਚ, ਇਹਨਾਂ ਤਿੰਨਾਂ ਗੁਣਾਂ ਦੇ ਵਿੱਚ ਅਸੀਂ ਉਲਝ ਜਾਂਦੇ ਤੇ ਇਹਨਾਂ ਤਿੰਨਾਂ ਗੁਣਾਂ ਦੇ ਵਿੱਚ ਚੱਲਦਿਆਂ ਚੱਲਦਿਆਂ ਸਾਨੂੰ ਨਾਮ ਦਾ ਭੇਦ ਨਹੀਂ ਆਉਂਦਾ, ਜਿਸ ਕਰਕੇ ਫਿਰ ਸਾਨੂੰ ਸਰੀਰ ਛੱਡਣਾ ਪੈਂਦਾ। ਫਿਰ ਸਾਨੂੰ ਵਾਰ-ਵਾਰ ਜਨਮ ਮਰਨ ਦੇ ਵਿੱਚ ਆਉਣਾ ਪੈਂਦਾ। ਲੰਮੇ ਸਫ਼ਰ ਤੇ ਅਸੀਂ ਚੱਲ ਪਏ। ਜੰਮ ਜੰਮ ਮਰੇ, ਮਰੇ ਫਿਰ ਜੰਮੇ, ਬਹੁ ਸਜਾਏ ਪਿਆ ਦੇਸ਼ ਲੰਮੇ। ਜੀਵ ਸਿਰਫ ਪਾਪ ਤੇ ਪੁੰਨ ਤੱਕ ਹੀ ਸੀਮਤ ਹੋ ਕੇ ਰਹਿ ਗਿਆ। ਇਸੇ ਤਰ੍ਹਾਂ ਸਮਾਂ ਬੀਤਦਾ ਗਿਆ ਤੇ ਇਹ ਕਲਾ ਦਾ ਯੁੱਗ ਆਇਆ। ਨਿਰੰਕਾਰ ਪਰਮਾਤਮਾ ਨੇ ਜੋ ਆਪਣਾ ਮਾਤਾ ਪਿਤਾ ਹੈ, ਜੋ ਸਾਨੂੰ ਸਾਰਿਆਂ ਨੂੰ ਇੱਥੇ ਭੇਜਣ ਵਾਲਾ ਹੈ, ਜਿਸ ਦੇ ਆਪਾਂ ਬੱਚੇ ਹਾਂ ਸਾਰੇ, ਆਪਣਾ ਸਾਰਿਆਂ ਦਾ ਮੂਲ ਉਹ ਨਿਰੰਕਾਰ ਹੈ। ਅਸੀਂ ਸਾਰੇ ਇੱਕ ਤੋਂ ਹੀ ਪ੍ਰਗਟ ਹੋਏ ਹਾਂ, ਜਿਸ ਕਰਕੇ ਪਾਤਸ਼ਾਹ ਨੇ ਬਾਣੀ ਵਿੱਚ ਫਰਮਾਇਆ ਹੈ, ਹਰ ਜੀ ਮਾਤਾ ਹਰ ਜੀ ਪਿਤਾ, ਹਰ ਜੀਓ ਪ੍ਰਿਤ ਪਾਲਕ। ਹਰ ਜੀ ਮੇਰੀ ਸਾਰ ਕਰੇ, ਹਮ ਹਰ ਕੇ ਬਾਲਕ। ਜੋ ਮਨ ਹੈ ਇਹ ਉਸ ਨਿਰੰਕਾਰ ਦਾ, ਪਰਮਾਤਮਾ ਦਾ ਬੱਚਾ ਹੈ, ਉਹਦੀ ਅੰਸ਼ ਹੈ। ਤੇ ਮਾਤਾ ਪਿਤਾ ਨੇ ਜਦੋਂ ਦੇਖਿਆ ਕਿ ਜਿਹੜਾ ਮਨ ਹੈ ਉਹ ਵਾਪਸ ਨਹੀਂ ਆ ਰਿਹਾ ਮੇਰੇ ਕੋਲ, ਤ੍ਰੈ ਗੁਣਾਂ ਦੇ ਵਿੱਚ ਚੱਲਦਿਆਂ ਚੱਲਦਿਆਂ ਜਿੱਥੇ ਸਵਾਸ ਖਤਮ ਹੋ ਗਏ ਉਸੇ ਹੀ ਲੋਕ ਵਿੱਚ ਚਲਾ ਜਾਂਦਾ ਹੈ। ਜੇ ਅਸੀਂ ਤਮੋ ਗੁਣ ਤੇ ਸਵਾਸ ਛੱਡ ਦਿੱਤੇ ਤੇ ਪਤਾਲ ਲੋਕ ਨੂੰ ਚਲੇ ਗਏ। ਜੇ ਰਜੋ ਗੁਣ ਦੇ ਉੱਪਰ ਸਵਾਸ ਛੱਡ ਦਿੱਤੇ ਤੇ ਰਜੋ ਗੁਣ ਦਾ ਸੰਬੰਧ ਹੈ ਭੂਮਲੋਕ ਦੇ ਨਾਲ, ਭੂਮਲੋਕ ਤੇ ਚਲੇ ਗਏ। ਤੇ ਜੇ ਸਤੋ ਗੁਣ ਤੇ ਸਵਾਸ ਛੱਡ ਦਿੱਤੇ ਆਕਾਸ਼ ਲੋਕ ਨੂੰ ਚਲੇ ਗਏ। ਜੇ ਕਿਸੇ ਨੇ ਥੋੜਾ ਬਹੁਤ ਜ਼ੋਰ ਲਾਇਆ ਤੇ ਉਹ ਦੇਵਲੋਕ ਤੱਕ ਚਲਾ ਗਿਆ। ਲੇਕਿਨ ਦੇਵਲੋਕ ਤੋਂ ਅੱਗੇ ਜੋ ਚੌਥਾ ਪਦ ਹੈ, ਜਿੱਥੇ ਆਪ ਬੈਠੇ ਹੋਏ ਨੇ, ਉਥੇ ਅਸੀਂ ਪ੍ਰਵੇਸ਼ ਨਹੀਂ ਹੋਏ। ਜਿਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ, ਆਪਣੇ ਮਾਤਾ ਪਿਤਾ ਨੇ ਦੇਖਿਆ ਕਿ ਮਨ ਬੱਚੇ ਵਾਪਸ ਨਹੀਂ ਆ ਰਹੇ ਘਰ, ਇਹ ਘਰ ਨੂੰ ਆਉਣ ਦਾ ਰਸਤਾ ਭੁੱਲ ਗਏ ਨੇ। ਕਿਉਂਕਿ ਘਰ ਅਸੀਂ ਨਾਮ ਦੇ ਵਿੱਚ ਸਮਾ ਕੇ ਜਾ ਸਕਦੇ, ਤੇ ਨਾਮ ਨਾਲੋਂ ਸਾਡੀ ਲਿਵ ਟੁੱਟ ਗਈ ਤੇ ਨਾਮ ਦਾ ਭੇਦ ਦੇਣ ਵਾਲਾ ਕੋਈ ਨਹੀਂ ਹੈ, ਨਾਮ ਦਾ ਪਤਾ ਹੀ ਕੋਈ ਨਹੀਂ। ਹੁਣ ਮਹਾਰਾਜ ਸੱਚੇ ਪਾਤਸ਼ਾਹ ਨੇ ਦੇਖਿਆ ਵੀ ਇਹ ਘਰ ਨੂੰ ਆਉਣ ਦਾ ਰਾਹ ਭੁੱਲ ਗਏ। ਪੰਥਾ ਪ੍ਰੇਮ ਨਾ ਜਾਣੇ, ਭੁੱਲੇ ਫਿਰੇ ਗਵਾਰ। ਘਰ ਨੂੰ ਜਾਣ ਦਾ ਜਿਹੜਾ ਰਸਤਾ ਹੈ ਉਹ ਆਪਣਾ ਹੈ ਪ੍ਰੇਮ ਦਾ ਰਸਤਾ, ਉਸ ਨੂੰ ਬਾਣੀ 'ਚ ਕਹਿੰਦੇ ਨੇ ਲਿਵ ਦਾ ਰਸਤਾ। ਮਨ ਦੀ ਲਿਵ ਜਦੋਂ ਸ਼ਬਦ ਨਾਲ ਜੁੜ ਜਾਂਦੀ ਹੈ ਤੇ ਸ਼ਬਦ ਨਾਲ ਜੁੜ ਕੇ ਮਨ ਆਪਣੇ ਘਰ ਜਾਂਦਾ ਹੈ। ਸ਼ਬਦ ਵਿੱਚ ਸਮਾ ਕੇ, ਨਾਮ ਵਿੱਚ ਸਮਾ ਕੇ ਅਸੀਂ ਘਰ ਲੱਭ ਸਕਦੇ ਹਾਂ।
ਤੇ ਜਿੰਨੀ ਦੇਰ ਤੱਕ ਇਸ ਸ਼ਬਦ ਨਾਲ ਨਹੀਂ ਜੁੜਦਾ ਇਹਨੂੰ ਰਸਤਾ ਨਹੀਂ ਮਿਲਦਾ। ਬਾਣੀ ਵਿੱਚ ਆਪਾਂ ਪੜ੍ਹਦੇ ਹਾਂ, ਸਾਚੀ ਲਿਵੇ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੇ ਬਾਝੋਂ ਕਿਆ ਕਰੇ ਵਿਚਾਰੀਆ, ਤੁਝ ਬਾਜ ਸਮਰੱਥ ਕੋ ਨਾਹੀ, ਕਿਰਪਾ ਕਰ ਬਨਵਾਰੀਆ, ਏਸ ਨੂੰ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ। ਵੀ ਸ਼ਬਦ ਨਾਲ ਜੁੜੇਗਾ ਇਹਨੂੰ ਰਸਤਾ ਮਿਲੇਗਾ, ਨਾਮ ਨਾਲ ਜੁੜੇਗਾ ਇਥੋਂ ਨਿਕਲੇਗਾ, ਤੇ ਜੇ ਨਾਮ ਦਾ ਭੇਦ ਨਹੀਂ ਆਇਆ ਤੇ ਵਾਪਸ ਨਹੀਂ ਜਾ ਸਕਦਾ। ਹੁਣ ਕਈਆਂ ਗੁਰਮੁਖਾਂ ਨੇ ਮਿਹਨਤ ਕੀਤੀ, ਉਹਨਾਂ ਨੇ ਅਭਿਆਸ ਕੀਤਾ, ਉਹਨਾਂ ਨੇ ਖੋਜ ਕੀਤੀ, ਤੇ ਉਹਨਾਂ ਨੇ ਨਾਮ ਨੂੰ ਬੁੱਝ ਲਿਆ, ਨਾਮ ਨੂੰ ਲੱਭ ਲਿਆ, ਤੇ ਉਹਨਾਂ ਨੇ ਆਪਣੇ ਘਰ ਦੇ ਵਿੱਚ ਆਉਣਾ ਜਾਣਾ ਬਣਾ ਲਿਆ। ਜਿਨ੍ਹਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਬਾਣੀ ਵਿੱਚ ਸੰਤ ਭਗਤ ਗੁਰਮੁਖ ਕਹਿ ਦਿੱਤਾ। ਜਿਸ ਤਰ੍ਹਾਂ ਭਗਤ ਕਬੀਰ ਜੀ ਦੱਸਦੇ ਨੇ ਆਪਣੇ ਬਚਨਾਂ ਦੇ ਵਿੱਚ, ਕਹਿੰਦੇ ਸਾਨੂੰ ਵੀ ਇੱਥੇ ਕੋਈ ਦੱਸਣ ਵਾਲਾ ਨਹੀਂ ਸੀ, ਭੁੱਲ ਗਏ ਸੀ ਅਸੀਂ ਆ ਕੇ। ਜਿੱਥੋਂ ਅਸੀਂ ਆਏ ਸੀ ਉੱਥੇ ਖੇਲ ਹੋਰ ਚੱਲਦਾ ਸੀ, ਇੱਥੇ ਜੋ ਦੇਖਿਆ ਹੋਰ ਸੀ, ਤੇ ਜੋ ਇੱਥੇ ਚੱਲ ਰਿਹਾ ਹੈ ਉੱਥੇ ਉਹ ਚੱਲਦਾ ਨਹੀਂ। ਜੈ ਕਛ ਆਹਾ ਤਹਾਂ ਕਛ ਨਾਹੀ, ਪੰਜ ਤਤ ਤੇ ਨਾਹੀ। ਵੀ ਜੋ ਅਸੀਂ ਇੱਥੇ ਦੇਖ ਰਹੇ ਹਾਂ ਖੇਲ, ਮਾਇਆ ਦਾ ਜਿਹੜਾ ਖੇਲ ਹੈ, ਇਥੋਂ ਹੁਣ ਵਾਪਸ ਕਿਵੇਂ ਜਾਣਾ ਹੈ, ਇਹਦਾ ਹੁਣ ਕੋਈ ਭੇਦ ਦੇਣ ਵਾਲਾ ਨਹੀਂ। ਧਾਗਾ ਟੂਟਾ ਗगन बिनस गया, तेरा बोलत कहाँ समाई, ਇਹ ਸੰਸਾ ਮੁਖ ਵਨ ਬਿਨ ਵਿਆਪੇ, ਕੋ ਨਾ ਕਹੇ ਸਮਝਾਈ। ਹੁਣ ਬਹੁਤ ਸਾਰੇ ਜਿਹੜੇ ਮਨ ਸੀ ਉਹ ਨਹੀਂ ਸੀ ਵਾਪਸ ਗਏ, ਤੇ ਮਾਤਾ ਪਿਤਾ ਦੇਖ ਰਹੇ ਸਾਰਿਆਂ ਨੂੰ। ਆਪਾਂ ਅੱਜ ਵੀ ਜਦੋਂ ਆਪਾਂ ਹੁਣ ਘਰ ਨਹੀਂ ਜਾਂਦੇ ਤੇ ਸਾਨੂੰ ਅੱਜ ਵੀ ਦੇਖਦੇ ਨੇ, ਆਵਾਜ਼ਾਂ ਮਾਰਦੇ ਨੇ, ਤੇ ਮਾਤਾ ਪਿਤਾ ਦੇਖ ਰਿਹਾ ਕਿ ਬੱਚੇ ਘਰ ਵਾਪਸ ਨਹੀਂ ਆ ਰਹੇ, ਤਾਂ ਉਹਨਾਂ ਨੇ ਸਾਨੂੰ ਆਵਾਜ਼ ਮਾਰੀ ਕਿ ਇਹਨਾਂ ਨੂੰ ਘਰ ਬੁਲਾਈਏ। ਤੇ ਆਵਾਜ਼ ਮਾਰਦੇ ਨੇ ਤੇ ਪਾਤਸ਼ਾਹ ਕਹਿੰਦੇ ਨੇ ਇਸ ਤਰ੍ਹਾਂ ਆਵਾਜ਼ ਬੁਲਾਉਂਦੇ ਨੇ, ਲੇਕਿਨ ਮਨ ਜਿਹੜਾ ਹੈ ਉਹ ਸੁਣਦਾ ਨਹੀਂ, ਉਹਨੂੰ ਪਛਾਣ ਨਹੀਂ। ਤੇ ਮਾਤਾ ਪਿਤਾ ਨੇ ਫਿਰ ਸਾਨੂੰ ਭੇਦ ਦੇਣ ਵਾਸਤੇ ਇਸ ਕਲਾ ਦੇ ਯੁੱਗ ਵਿੱਚ ਸਤਿਗੁਰੂ ਨੂੰ ਭੇਜਿਆ, ਵੀ ਜਿਹੜੇ ਇਹ ਨਾਮ ਨਾਲੋਂ ਟੁੱਟ ਗਏ ਨੇ, ਇਹਨਾਂ ਨੂੰ ਨਾਮ ਦਾ ਭੇਦ ਨਹੀਂ, ਤੇ ਤੁਸੀਂ ਜਾ ਕੇ ਇਹਨਾਂ ਨੂੰ ਸਮਝਾਓ ਵੀ ਵਾਪਸ ਘਰ ਕਿਵੇਂ ਆਉਣਾ। ਇਸ ਕਲਾ ਦੇ ਯੁੱਗ ਦੇ ਵਿੱਚ, ਜਿਸ ਨੂੰ ਆਖਰੀ ਯੁੱਗ ਦਾ ਵੀ ਨਾਮ ਦਿੱਤਾ ਹੋਇਆ, ਯੁੱਗ ਚੌਂਕੜੀ ਦੇ ਵਿੱਚ, ਚੌਂ ਯੁੱਗਾਂ ਦੇ ਵਿੱਚ ਪਹਿਲੀ ਵਾਰ ਸਤਿਗੁਰੂ ਨੂੰ ਭੇਜਿਆ, ਜਿਨ੍ਹਾਂ ਨੂੰ ਸੰਸਾਰ ਦੇ ਵਿੱਚ ਆਉਣ ਤੇ ਆਪਾਂ ਗੁਰੂ ਨਾਨਕ ਦੇਵ ਜੀ ਦੇ ਨਾਲ ਜਾਣਦੇ ਹਾਂ। ਉਹਨਾਂ ਦਾ ਨਾਮ ਨਾਨਕ ਰੱਖਿਆ ਗਿਆ, ਜਿਸ ਨੂੰ ਪਾਤਸ਼ਾਹ ਗੁਰਬਾਣੀ 'ਚ ਫਰਮਾਉਂਦੇ ਨੇ, ਪ੍ਰਥਮੈ ਨਾਨਕ ਚੰਦ, ਜਗਤ ਭਇਓ ਆਨੰਦ, ਤਾਰਨ ਮਨੁੱਖ ਜਨ ਕੀਓ ਪ੍ਰਗਾਸ। ਹੁਣ ਗੁਰੂ ਨਾਨਕ ਦੇਵ ਜੀ ਜਦੋਂ ਸੰਸਾਰ ਵਿੱਚ ਆਏ, ਤੇ ਉਹਨਾਂ ਨੇ ਜਦੋਂ ਸੰਸਾਰ ਵਿੱਚ ਆ ਕੇ ਦੇਖਿਆ ਵੀ ਇਹ ਜਿੰਨੇ ਵੀ ਜੀਵ ਆਏ ਨੇ, ਜਿੰਨੇ ਵੀ ਮਨ ਬੱਚੇ ਆਏ ਨੇ, ਇਹ ਸਾਰੇ ਹੀ ਖੇਡਣ ਵਾਸਤੇ ਆਏ ਨੇ, ਤੇ ਇਹਨਾਂ ਸਾਰਿਆਂ ਦੀ ਲਿਵ ਨਾਮ ਨਾਲੋਂ ਟੁੱਟ ਗਈ ਹੈ, ਔਰ ਨਾਮ ਦਾ ਭੇਦ ਦੇਣ ਵਾਲਾ ਇਹਨਾਂ ਨੂੰ ਕੋਈ ਨਹੀਂ ਹੈ। ਐਸੀ ਅਵਸਥਾ ਦੇ ਵਿੱਚ ਚਲੇ ਗਏ ਨੇ ਕਿ ਨਾਮ ਨੂੰ ਭੁੱਲ ਚੁੱਕੇ ਨੇ। ਹੁਣ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਸਾਰ ਦੀ ਅਵਸਥਾ ਦੇਖੀ, ਤਾਂ ਉਹਨਾਂ ਨੇ ਫਿਰ ਬਚਨ ਕੀਤਾ ਕਿ ਤੁਸੀਂ ਸਾਰੇ ਭੁੱਲ ਚੁੱਕੇ ਹੋ,
ਤੁਹਾਡੀ ਨਾਮ ਨਾਲੋਂ ਲਿਵ ਟੁੱਟ ਚੁੱਕੀ ਹੈ। ਤੇ ਜਿੰਨੀ ਦੇਰ ਤੱਕ ਨਾਮ ਦੇ ਨਾਲ ਲਿਵ ਨਹੀਂ ਜੁੜਦੀ, ਓਨੀ ਦੇਰ ਤੱਕ ਤੁਸੀਂ ਜੀਵਨ ਮੁਕਤ ਨਹੀਂ ਹੋ ਸਕਦੇ। ਤੇ ਉਹ ਬਚਨ ਪਾਤਸ਼ਾਹ ਦੇ ਦਰਜ ਨੇ ਗੁਰਬਾਣੀ ਵਿੱਚ, ਬਿਨ ਨਾਮ ਹੈ ਮੁਕਤ ਨਾ ਪਾਵੇ ਕੋਈ, ਬਿਨ ਸਤਿਗੁਰ ਕੋ ਨਾਮ ਨਾ ਪਾਏ, ਪ੍ਰਭ ਐਸੀ ਬਣਤ ਬਣਾਈ ਹੈ। ਕਿ ਨਾਮ ਨਾਲੋਂ ਜਦੋਂ ਸਾਡੇ ਮਨ ਦੀ ਲਿਵ ਟੁੱਟ ਜਾਂਦੀ ਹੈ, ਜਿੰਨੀ ਦੇਰ ਤੱਕ ਅਸੀਂ ਨਹੀਂ ਜੁੜਾਂਗੇ, ਓਨੀ ਦੇਰ ਤੱਕ ਅਮਰ ਪਦਵੀ ਪ੍ਰਾਪਤ ਨਹੀਂ ਹੋ ਸਕਦੀ। ਤਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕਰਦਿਆਂ ਹੋਏ ਇਸ ਕਲਯੁਗ ਦੇ ਵਿੱਚ ਉਸ ਨਾਮ ਦਾ ਭੇਦ ਦੇਣਾ ਸ਼ੁਰੂ ਕੀਤਾ ਤੇ ਸਮਝਾਉਣ ਲੱਗੇ, ਭੁੱਲੀ ਭੁੱਲੀ ਜੇ ਫਿਰਾਂ, ਥਲ ਚੜ ਡੂੰਘਰ ਜਾਊਂ, ਬਨ ਮੈਂ ਭੁੱਲੀ ਜੇ ਫਿਰਾਂ, ਬਿਨ ਗੁਰ ਬੂਝ ਨਾ ਪਾਊਂ, ਨਾਮੋਂ ਭੁੱਲੀ ਜੇ ਫਿਰਾਂ, ਫਿਰ ਆਉਂ ਜਾਊਂ। ਮਹਾਰਾਜ ਕਹਿਣ ਲੱਗੇ ਕਿ ਨਾਮ ਨਾਲੋਂ ਤੁਸੀਂ ਭੁੱਲ ਗਏ ਤੇ ਨਾਮ ਨੂੰ ਭੁੱਲ ਕੇ ਤੁਸੀਂ ਭੱਜੇ ਫਿਰਦੇ ਹੋ। ਕੋਈ ਜੰਗਲਾਂ ਵਿੱਚ ਭੱਜਾ ਫਿਰਦਾ ਹੈ, ਕੋਈ ਪਹਾੜਾਂ ਤੇ ਚੜ੍ਹਿਆ ਫਿਰਦਾ ਹੈ, ਕੋਈ ਤੀਰਥਾਂ ਦਾ ਰਟਨ ਕਰਦਾ ਫਿਰਦਾ ਹੈ, ਕੋਈ ਕਿਤੇ ਜਾ ਕੇ ਜੁੜਿਆ ਫਿਰਦਾ ਹੈ। ਤੇ ਜਿਸ ਨਾਮ ਦੇ ਨਾਲ ਲਿਵ ਟੁੱਟੀ ਹੈ, ਉਸ ਨਾਮ ਦੇ ਨਾਲ ਜੁੜਨ ਦਾ ਤੇ ਤੁਹਾਨੂੰ ਕੋਈ ਭੇਦ ਹੀ ਨਹੀਂ। ਤੇ ਜੇ ਤੁਸੀਂ ਕੋਈ ਭੇਦ ਲੈਣਾ ਹੈ ਤੇ ਤੁਸੀਂ ਨਾਮ ਦਾ ਭੇਦ ਲਓ, ਨਾਮ ਬਾਰੇ ਪੁੱਛੋ ਜਾ ਕੇ। ਨਾਮੋਂ ਭੁੱਲੀ ਜੇ ਫਿਰਾਂ, ਫਿਰ ਆਉਂਗਾ। ਨਾਮ ਨੂੰ ਭੁੱਲਣ ਕਰਕੇ ਹੀ ਵਾਰ-ਵਾਰ ਆਉਣ ਜਾਣ ਦਾ ਇਹ ਚੱਕਰ ਬਣਦਾ ਪਿਆ। ਤੇ ਜੇ ਤੁਸੀਂ ਕਿਤੇ ਜਾਣਾ ਹੈ, ਕਿਸੇ ਨੂੰ ਪੁੱਛਣਾ ਹੈ, ਤੇ ਨਾਮ ਦੇ ਬਾਰੇ ਪੁੱਛੋ। ਨਾਮੋਂ ਭੁੱਲੀ ਜੇ ਫਿਰਾਂ, ਫਿਰ ਆਉਂ ਜਾਊਂ, ਜਾਏ ਪੂਛੋ ਪਧਾਊਆਂ, ਚੱਲੇ ਚਾਕਰ ਹੋਏ, ਰਾਜਨ ਜਾਣੇ ਆਪਣਾ ਦਰ ਘਰ ਠਾਕ ਨਾ। ਕਿ ਤੁਸੀਂ ਨਾਮ ਦੇ ਬਾਰੇ ਤਾਂ ਕਿਸੇ ਨੂੰ ਪੁੱਛਦੇ ਹੀ ਨਹੀਂ, ਜੇ ਪੁੱਛਦੇ ਹੋ ਤੁਹਾਨੂੰ ਕੋਈ ਦੱਸਦਾ ਹੀ ਨਹੀਂ। ਤੇ ਜੇ ਪੁੱਛਣਾ ਹੈ, ਜਿਹੜੇ ਨੌਕਰ ਨੇ, ਜਿਹੜੇ ਆਪਣੇ ਆਪ ਨੂੰ ਸੰਤ ਕਹਿੰਦੇ ਨੇ, ਸਾਧੂ ਕਹਿੰਦੇ ਨੇ, ਭਗਤ ਕਹਿੰਦੇ ਨੇ, ਆਪਣੇ ਆਪ ਨੂੰ ਗੁਰੂ ਦਾ ਦਰਜਾ ਤੇ ਰੱਖਦੇ ਨੇ, ਜਾਂ ਕੋਈ ਆਪਣੇ ਆਪ ਨੂੰ ਸਿੱਧ ਕਹਿੰਦੇ ਨੇ, ਉਸ ਸਮੇਂ ਜੋਗੀ ਬੜੇ ਸੀ। ਕਿ ਤੁਸੀਂ ਉਹਨਾਂ ਨੂੰ ਜਾ ਕੇ ਪੁੱਛੋ ਵੀ ਨਾਮ ਕੀ ਹੈ, ਨਾਮ ਕਿੱਥੇ ਹੈ, ਨਾਮ ਦੇ ਨਾਲੋਂ ਸਾਡੀ ਲਿਵ ਕਿਵੇਂ ਟੁੱਟੀ ਹੈ, ਨਾਮ ਦੇ ਵਿੱਚ ਅਸੀਂ ਕਿਵੇਂ ਸਮਾ ਸਕਦੇ ਹਾਂ, ਤੇ ਨਾਮ ਦੇ ਵਿੱਚ ਸਮਾ ਕੇ ਕਿਵੇਂ ਅਸੀਂ ਪਾਰ ਬ੍ਰਹਮ ਦੇ ਨਾਲ ਮਿਲਣਾ। ਤੇ ਜਾ ਕੇ ਪੁੱਛੋ, ਨਾਮ ਦਾ ਭੇਦ ਲਓ। ਹੁਣ ਐਸੀ ਅਵਸਥਾ ਦੇ ਵਿੱਚ ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਦੇਖਿਆ ਕਿ ਜੀਵ ਜਦੋਂ ਜਾਂਦੇ ਨੇ, ਇਹਨਾਂ ਨੂੰ ਕਿਤੇ ਨਾਮ ਦਾ ਭੇਦ ਨਹੀਂ ਮਿਲਦਾ। ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਜਿਹੜੀ ਸਭਾ ਸੀ, ਜਿਸ ਨੂੰ ਆਪਾਂ ਸਤ ਸੰਗਤ ਕਹਿੰਦੇ ਹਾਂ, ਤੇ ਉਹ ਸਤ ਸੰਗਤ ਦੇ ਵਿੱਚ ਜਦੋਂ ਜੀਵ ਜੁੜਦੇ ਨੇ, ਬੈਠਦੇ ਨੇ, ਤੇ ਉਹ ਦੱਸਿਆ ਸੰਸਾਰ ਨੂੰ ਕਿ ਤੁਸੀਂ ਜਦੋਂ ਬੈਠਣਾ ਹੈ, ਤੇ ਜੇ ਕੋਈ ਤੁਹਾਨੂੰ ਆ ਕੇ ਦੱਸਣਾ ਚਾਹੁੰਦਾ ਹੈ, ਤੇ ਤੁਸੀਂ ਉਸ ਨੂੰ ਨਾਮ ਦੇ ਬਾਰੇ ਪੁੱਛਣਾ। ਤੇ ਜੇ ਤੁਹਾਨੂੰ ਕੋਈ ਨਾਮ ਦੇ ਬਾਰੇ ਨਹੀਂ ਦੱਸਦਾ, ਤੇ ਤੁਸੀਂ ਉਹਦੀ ਸੰਗਤ ਵਿੱਚ ਨਹੀਂ ਬੈਠਣਾ। ਤੇ ਪਾਤਸ਼ਾਹ ਨੇ ਦੱਸਿਆ, ਬਚਨ ਕੀਤੇ, ਸਤ ਸੰਗਤ ਕੈਸੀ ਜਾਣੀਏ, ਜਿੱਥੇ ਏਕੋ ਨਾਮ ਵਖਾਣੀਏ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀ। ਵੀ ਜਿਸ ਮੁਕਤੀ ਦੀਆਂ ਇਹ ਲੋਕ ਗੱਲਾਂ ਕਰਦੇ ਨੇ, ਜੋਗੀ ਕਰਦੇ ਨੇ, ਜਾਂ ਕੋਈ ਹੋਰ ਤੀਰਥਾਂ ਤੇ ਬੈਠੇ ਹੋਏ ਕਰਦੇ ਨੇ, ਜਾਂ ਕੋਈ ਹੋਰ ਧਰਮਾਂ ਦੇ ਜਿਹੜੇ ਪੈਰੋਕਾਰ ਨੇ, ਉਹ ਕਹਿੰਦੇ ਨੇ ਕਿ ਅਸੀਂ ਐਸੀ ਅਵਸਥਾ ਦੇ ਵਿੱਚ ਜੀਵਾਂ ਨੂੰ ਮੁਕਤ ਕਰ ਦਾਂਗੇ ਜਿਹੜਾ ਸਾਡੇ ਨਾਲ ਜੁੜੇਗਾ। ਤੇ ਪਾਤਸ਼ਾਹ ਨੇ ਕਿਹਾ ਵੀ ਉਹਨਾਂ ਦੇ ਨਾਲ ਵਿਚਾਰ ਕਰੋ ਵੀ ਕੀ ਉਹਨਾਂ ਨੂੰ ਨਾਮ ਦਾ ਪਤਾ ਹੈ, ਕਿਉਂਕਿ ਨਾਮ ਤੋਂ ਬਗੈਰ ਜੀਵ ਮੁਕਤ ਨਹੀਂ ਹੋ ਸਕਦਾ।
ਜਦੋਂ ਮਾਤਾ ਦੇ ਉਦਰ ਦੇ ਵਿੱਚ, ਜਿਸ ਤਰ੍ਹਾਂ ਪਿਛਲੀ ਵਿਚਾਰ ਵਿੱਚ ਆਪਾਂ ਪਿਛਲੀ ਦਫਾ ਵੀ ਵਿਚਾਰ ਕੀਤੀ ਕਿ ਮਾਤਾ ਦੇ ਉਦਰ ਵਿੱਚ ਜਿੱਥੇ ਸਾਡੀ ਲਿਵ ਨਾਮ ਦੇ ਨਾਲ ਜੁੜੀ ਹੁੰਦੀ ਹੈ, ਉੱਥੇ ਇਹ ਅਭਿਆਸ ਕਰਵਾਇਆ ਜਾਂਦਾ ਹੈ ਸਾਨੂੰ ਵੀ ਨਾਮ ਦੇ ਨਾਲ ਉਹ ਲਿਵ ਤੋੜਦੇ ਨੇ ਤੇ ਫਿਰ ਉੱਥੇ ਮਨ ਦੀ ਲਿਵ ਨਾਮ ਦੇ ਨਾਲ ਜੋੜੀ ਜਾਂਦੀ ਹੈ। ਇਸ ਨੂੰ ਉਹ ਸਾਰੀ ਟ੍ਰੇਨਿੰਗ ਮਨ ਨੂੰ ਦਿੱਤੀ ਜਾਂਦੀ ਹੈ ਤਾਂ ਜੋ ਸੰਸਾਰ ਦੇ ਵਿੱਚ ਜਨਮ ਹੁੰਦਾ ਤੇ ਜਦੋਂ ਇੱਥੇ ਉਹ ਨਾਮ ਦੇ ਨਾਲ ਲਿਵ ਟੁੱਟਦੀ ਹੈ ਤੇ ਮਨ ਨੇ ਉਸ ਨਾਮ ਦੇ ਨਾਲ ਕਿਵੇਂ ਜੁੜਨਾ ਤੇ ਨਾਮ ਦੇ ਵਿੱਚ ਸਮਾ ਕੇ ਕਿਵੇਂ ਉਸਨੇ ਆਪਣੇ ਘਰ ਜਾਣਾ ਹੈ, ਉਹਦਾ ਭੇਦ ਲੈਣਾ। ਹੁਣ ਪਾਤਸ਼ਾਹ ਨੇ ਦੱਸਿਆ ਵੀ ਸਤ ਸੰਗਤ ਹੀ ਉਹ ਹੈ ਜਿੱਥੇ ਨਾਮ ਦਾ ਭੇਦ ਮਿਲਦਾ ਤੇ ਜਿੱਥੇ ਨਾਮ ਦਾ ਭੇਦ ਨਹੀਂ, ਜਿੱਥੇ ਤੁਹਾਨੂੰ ਨਾਮ ਦਾ ਭੇਦ ਹੀ ਨਹੀਂ ਆਉਂਦਾ ਤੇ ਉਹ ਸਤ ਸੰਗਤ ਨਹੀਂ। ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀ ਬੁਝਾਈ। ਹੁਣ ਉਹ ਨਾਮ ਦੇ ਨਾਲ ਜੁੜਨ ਵਾਸਤੇ ਜਦੋਂ ਵਿਚਰਨਾ ਹੈ ਤਾਂ ਪੁੱਛਣਾ ਹੁੰਦਾ ਹੈ। ਜਿਸ ਤਰ੍ਹਾਂ ਅੱਜ ਵੀ ਆਪਾਂ ਹੁਣ ਦੇਖਣਾ, ਆਪਣੇ ਅੰਦਰ ਵੀ ਝਾਤੀ ਮਾਰੋ ਕਿ ਜਿਸ ਨਾਮ ਦੇ ਨਾਲ ਲਿਵ ਟੁੱਟੀ ਹੋਈ ਹੈ ਸਾਡੀ, ਵੀ ਕੀ ਸਾਨੂੰ ਉਸ ਨਾਮ ਦਾ ਭੇਦ ਆਇਆ ਹੈ ਜਾਂ ਅਸੀਂ ਉਸ ਨਾਮ ਦੇ ਨਾਲ ਜੁੜੇ ਹੋਏ ਹਾਂ ਤੇ ਜਾਂ ਅਸੀਂ ਉਸ ਨਾਮ ਦੇ ਬਾਰੇ ਕਦੀ ਕਿਸੇ ਨੂੰ ਪੁੱਛਿਆ ਹੈ ਜਾਂ ਅੱਜ ਵੀ ਅਗਿਆਨਤਾ ਦੇ ਵਿੱਚ ਹਜ਼ਾਰਾਂ ਜੀਵ, ਲੱਖਾਂ ਜੀਵ ਉਹ ਨਾਮ ਦੀ ਪ੍ਰਾਪਤੀ ਵਾਸਤੇ ਬਾਹਰ ਜਾਂਦੇ ਨੇ, ਕਿਤੇ ਜਾਂਦੇ ਜ਼ਰੂਰ ਨੇ ਤੇ ਉੱਥੇ ਉਹਨਾਂ ਨੂੰ ਭੇਦ ਨਾ ਹੋਣ ਕਰਕੇ ਜਿਹੜੇ ਅਨਾੜੀ ਸੰਤ ਨੇ, ਜਿਹੜੇ ਕਾਲ ਦੇ ਬਣਾਏ ਹੋਏ ਸੰਤ ਨੇ, ਜਿਨ੍ਹਾਂ ਨੂੰ ਇਹ ਪਤਾ ਨਹੀਂ, ਭੇਦ ਨਹੀਂ ਕਿ ਅਸੀਂ ਆਪਣੇ ਘਰ ਕਿਵੇਂ ਜਾ ਸਕਦੇ ਹਾਂ, ਮਾਤਾ ਪਿਤਾ ਨਾਲ ਕਿਸ ਅਵਸਥਾ ਵਿੱਚ ਮਿਲਾਪ ਹੋ ਸਕਦਾ ਹੈ, ਉਹ ਆਪਣੇ ਕੋਲੋਂ ਹੀ ਕੋਈ ਨਾ ਕੋਈ ਸ਼ਬਦ ਦੇਣਾ ਸ਼ੁਰੂ ਕਰ ਦਿੰਦੇ। ਉਹ ਜਿਹੜਾ ਸ਼ਬਦ ਦਿੰਦੇ ਨੇ ਉਹ ਪੌਣ ਪਾਣੀ ਬਸੰਤਰ ਦੀ ਭਾਸ਼ਾ ਦਾ ਸ਼ਬਦ ਹੁੰਦਾ। ਉਹ ਜਿਹੜਾ ਸ਼ਬਦ ਹੈ ਉਹ ਲਿਖਣ ਪੜ੍ਹਨ ਦੇ ਵਿੱਚ ਆਉਂਦਾ ਹੈ ਤੇ ਲਿਖਣ ਪੜ੍ਹਨ ਦੇ ਵਿੱਚ ਜਿਹੜਾ ਸ਼ਬਦ ਆਉਂਦਾ ਹੈ, ਜਿਹੜਾ ਨਾਮ ਆਉਂਦਾ ਹੈ, ਉਹ ਤਾਂ ਅਸੰਖਾਂ ਹੀ ਪਰਮਾਤਮਾ ਦੇ ਨਾਮ ਰੱਖੇ ਹੋਏ ਨੇ। ਇਹ ਤਾਂ ਗੁਰੂ ਨਾਨਕ ਸਾਹਿਬ ਵੀ ਬਚਨ ਕਰਦੇ ਨੇ, ਅਸੰਖ ਨਾਮ ਅਸੰਖ ਥਾਮ। ਅਸੰਖਾਂ ਹੀ ਪਰਮਾਤਮਾ ਦੇ ਨਾਂ ਰੱਖੇ ਹੋਏ ਨੇ, ਅਸੰਖਾਂ ਹੀ ਉਹਦੇ ਥਾਂ ਬਣੇ ਹੋਏ ਨੇ ਪੂਜਾ ਕਰਨ ਵਾਸਤੇ। ਅਗੰਮ ਅਗੰਮ ਅਸੰਖ ਲੋ, ਅਸੰਖ ਕਹੇ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਲਾਹ, ਅਖਰੀ ਗਿਆਨ ਗੀਤ ਗੁਣ ਗਾ। ਹੁਣ ਐਸੀ ਅਵਸਥਾ ਦੇ ਵਿੱਚ ਬਹੁਤ ਸਾਰੇ ਜਿਹੜੇ ਜੀਵ ਨੇ ਉਹ ਗਏ ਤੇ ਉਹਨਾਂ ਨੂੰ ਅਨਾੜੀ ਸੰਤ ਨੇ ਆਪਣੇ ਕੋਲੋਂ ਕੁਝ ਸ਼ਬਦ ਦੇ ਦਿੱਤਾ ਤੇ ਕਿਹਾ ਵੀ ਇਹ ਨਾਮ ਹੈ। ਕਿਸੇ ਨੇ ਇੱਕ ਸ਼ਬਦ ਲੈ ਲਿਆ, ਕਿਸੇ ਨੇ 5 ਸ਼ਬਦ ਲੈ ਲਏ, ਕਿਸੇ ਨੇ 3 ਸ਼ਬਦ ਲੈ ਲਏ। ਉਹਨਾਂ ਸਮਝਿਆ ਵੀ ਇਹੀ ਨਾਮ ਹੈ ਤੇ ਉਹਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆ ਕੇ ਭੇਦ ਖੁੱਲਾ ਕਿ ਜਿਸ ਨਾਮ ਦੇ ਨਾਲ ਲਿਵ ਟੁੱਟੀ ਹੈ, ਉਹ ਨਾਮ ਤਾਂ ਉੱਥੇ ਚੱਲ ਰਿਹਾ ਸੀ ਜਦੋਂ ਅਸੀਂ ਮਾਤਾ ਦੇ ਉਦਰ ਦੇ ਵਿੱਚ ਹਾਲੇ ਬੋਲਣਾ ਵੀ ਨਹੀਂ ਸਿੱਖੇ, ਹਾਲੇ ਰਸਨਾ ਬਣੀ ਨਹੀਂ ਤੇ ਨਾਮ ਫਿਰ ਵੀ ਚੱਲ ਰਿਹਾ ਹੈ। ਜਿਹੜਾ ਰਸਨਾ ਤੋਂ ਬਿਨਾਂ ਹੀ ਚੱਲ ਰਿਹਾ ਹੈ ਉਹ ਕਿਹੜਾ ਨਾਮ ਹੈ? ਵਿਣ ਜਿਹਵਾ ਜੋ ਜਪੇ ਹਿਆਉ, ਕੋਈ ਜਾਣੇ ਕੈਸਾ ਨਾਮ। ਵੀ ਮਾਤਾ ਦੇ ਉਦਰ ਦੇ ਵਿੱਚ ਜਿਸ ਨਾਮ ਦੇ ਨਾਲ ਸਾਡੀ ਲਿਵ ਜੁੜੀ ਸੀ, ਉੱਥੇ ਤੇ ਇਹ ਰਸਨਾ ਸਾਡੀ ਚੱਲਦੀ ਨਹੀਂ ਸੀ, ਇਹ ਬਣੀ ਨਹੀਂ। ਉੱਥੇ ਵੀ ਨਾਮ ਚੱਲ ਰਿਹਾ, ਉਹ ਕਿਹੜਾ ਨਾਮ ਹੈ ਜਿਹੜਾ ਜੇਵਾ ਤੋਂ ਬਗੈਰ ਚੱਲਦਾ ਹੈ?
ਤੇ ਉਸ ਨਾਮ ਦਾ ਭੇਦ ਫਿਰ ਗੁਰੂ ਨਾਨਕ ਦੇ ਘਰ ਨੇ ਦੇਣਾ ਸ਼ੁਰੂ ਕੀਤਾ, ਜਿਸ ਨੂੰ ਹੁਣ ਆਪਾਂ ਸਮਝਣਾ ਹੈ ਕਿ ਜਿਸ ਨਾਮ ਦੇ ਨਾਲੋਂ ਸਾਡੇ ਮਨ ਦੀ ਲਿਵ ਟੁੱਟੀ ਹੈ, ਉਹ ਨਾਮ ਗੁਰਬਾਣੀ ਵਿੱਚ ਸਾਨੂੰ ਸਮਝਾਉਂਦੇ ਕਿੱਥੇ। ਤਾਂ ਪਾਤਸ਼ਾਹ ਫਰਮਾਉਂਦੇ ਨੇ, ਇਹ ਆਪਾਂ ਧਿਆਨ ਦੇ ਨਾਲ, ਕਿਉਂਕਿ ਅੱਜ ਦਾ ਜਿਹੜਾ ਆਪਣਾ ਵਿਸ਼ਾ ਹੈ ਇਹ ਨਾਮ ਦਾ ਵਿਸ਼ਾ, ਅਸੀਂ ਸਾਰੇ ਨਾਮ ਨਾਲੋਂ ਟੁੱਟੇ ਹੋਏ, ਤੇ ਨਾਮ ਦਾ ਭੇਦ ਕੇਵਲ ਤੇ ਕੇਵਲ ਗੁਰੂ ਨਾਨਕ ਦੇ ਘਰ ਨੇ ਕਲਯੁਗ ਦੇ ਵਿੱਚ ਖੋਲ ਕੇ ਦਿੱਤਾ, ਤੇ ਸਾਨੂੰ ਸਮਝਾਇਆ ਹੈ ਗੁਪਤਾ ਨਾਮ ਵਰਤੇ ਵਿੱਚ ਕਲਯੁਗ। ਜਿਹੜਾ ਨਾਮ ਤਿੰਨਾਂ ਯੁੱਗਾਂ ਤੋਂ ਗੁਪਤ ਰਿਹਾ, ਕਲਯੁਗ ਦੇ ਵਿੱਚ ਉਹ ਪ੍ਰਗਟ ਹੋ ਰਿਹਾ ਹੈ ਤੇ ਹੋਵੇਗਾ। ਗੁਪਤਾ ਨਾਮ ਵਰਤੇ ਵਿੱਚ ਕਲਯੁਗ, ਘਟ ਘਟ ਹਰ ਭਰਪੂਰ ਰਹਿਆ, ਨਾਮ ਰਤਨ ਤਿਨਾ ਹਿਰਦੇ ਪ੍ਰਗਟਿਆ, ਜੋ ਗੁਰ ਸਰਣਾਈ ਭਜ ਪਿਆ। ਜਿਹੜਾ ਗੁਰੂ ਦੀ ਮੱਤ ਲਏਗਾ, ਗੁਰੂ ਦੀ ਮੱਤ ਦੁਆਰਾ ਜਿਹੜਾ ਉਹ ਚੱਲੇਗਾ, ਉਹਦੇ ਅੰਦਰ ਨਾਮ ਪ੍ਰਗਟ ਹੋਏਗਾ। ਤੇ ਕਲਯੁਗ ਦੇ ਵਿੱਚ ਪੂਰਾ ਗੁਰੂ ਹੈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ। ਗੁਰਬਾਣੀ ਨੂੰ ਪੂਰੇ ਗੁਰੂ ਦਾ ਖਿਤਾਬ ਦਿੱਤਾ ਹੋਇਆ, ਵਾਹੋ ਵਾਹੋ ਪੂਰੇ ਗੁਰ ਕੀ ਬਾਣੀ, ਪੂਰੇ ਗੁਰ ਤੇ ਉਪਜੀ ਸੱਚ ਸੁਮਾਣੀ। ਤੇ ਜਿਹੜਾ ਪੂਰਾ ਗੁਰੂ ਹੈ, ਉਹ ਪੂਰਾ ਗੁਰੂ ਫਿਰ ਸਾਨੂੰ ਸਮਝਾਉਂਦਾ ਹੈ, ਗੁਰਬਾਣੀ ਵਰਤੀ ਇਸ ਜਗ ਅੰਤਰ, ਇਸ ਬਾਣੀ ਤੇ ਹਰ ਨਾਮ ਪਾਇੰਦਾ। ਜਿਹੜਾ ਗੁਰੂ ਦੀ ਬਾਣੀ ਅਨੁਸਾਰ ਚੱਲੇਗਾ, ਉਹਨੂੰ ਫਿਰ ਭੇਦ ਲੱਗਦਾ ਹੈ ਕਿ ਉਹ ਨਾਮ ਕਿੱਥੇ ਹੈ। ਮਹਾਰਾਜ ਸੱਚੇ ਪਾਤਸ਼ਾਹ ਸਮਝਾਉਣਾ ਕਰਦੇ ਨੇ ਸਾਨੂੰ ਕਿ ਜਿਸ ਨਾਮ ਦੇ ਨਾਲੋਂ ਸਾਡੀ ਲਿਵ ਟੁੱਟ ਗਈ, ਉਹ ਨਾਮ ਇਸ ਕਾਇਆ ਦੇ ਅੰਦਰ ਹੀ ਗੁਪਤ ਹੋ ਗਿਆ ਹੈ। ਆ ਜਿਹੜੀ ਕਾਇਆ ਹੈ, ਜਿਹਨੂੰ 10 ਦੁਆਰਾਂ ਦਾ ਇੱਕ ਪਿੰਡ ਕਿਹਾ ਹੋਇਆ, ਤੇ ਜਿਸ ਨਾਮ ਨਾਲੋਂ ਅਸੀਂ ਟੁੱਟੇ ਹੋਏ ਹਾਂ, ਮਨ ਨਾਮ ਨਾਲੋਂ ਟੁੱਟ ਕੇ ਇਸ ਮਾਇਆ ਦੇ ਘਰ ਵਿੱਚ ਵਿਚਰਦਾ ਹੈ। ਮਾਇਆ ਦਾ ਘਰ ਸ਼ੁਰੂ ਹੁੰਦਾ ਹੈ ਆ ਜਿੱਥੋਂ ਪੌਣ ਸਰੀਰ ਦੇ ਨਾਲ ਜੁੜਦੀ ਹੈ, ਜਿੱਥੋਂ ਪੌਣ ਪ੍ਰਵੇਸ਼ ਹੁੰਦੀ ਹੈ, ਜਿੱਥੋਂ ਸਰੀਰ ਦਾ ਤੇ ਪੌਣ ਦਾ ਸੰਬੰਧ ਆਪਸ ਵਿੱਚ ਹੁੰਦਾ ਹੈ, ਇਥੋਂ ਮਾਇਆ ਸ਼ੁਰੂ ਹੁੰਦੀ ਹੈ। ਤੇ ਇਸ ਪਾਸੇ ਨੂੰ, ਇਸ ਹਿੱਸੇ ਨੂੰ ਮਾਇਆ ਦਾ ਹਿੱਸਾ ਕਹਿੰਦੇ। ਇਹਦੇ ਬਾਰੇ ਪਾਤਸ਼ਾਹ ਦਾ ਬਚਨ ਹੈ, ਇਹ ਸਰੀਰ ਸਭ ਮੂਲ ਹੈ ਮਾਇਆ, ਦੂਜੇ ਪਾਏ ਭਰਮ ਭੁਲਾਇਆ। ਹੁਣ ਮਨ ਇਸ ਮਾਇਆ ਦੇ ਮੂਲ ਦੇ ਨਾਲ ਪ੍ਰੇਮ ਕਰੀ ਜਾਂਦਾ ਹੈ, ਇਸ ਮਾਇਆ ਨਾਲ ਜੁੜਿਆ ਰਹਿੰਦਾ ਹੈ ਤੇ ਭਰਮ ਦੇ ਵਿੱਚ ਪਿਆ ਰਹਿੰਦਾ। ਲੇਕਿਨ ਜਿੱਥੇ ਜਾ ਕੇ ਇਹ ਪੌਣ ਰੁਕ ਜਾਂਦੀ ਹੈ, ਪੌਣ ਤੋਂ ਅਗਲੇ ਪਾਸੇ ਜਿਹੜਾ ਅਸਥਾਨ ਹੈ, ਜਿਹਨੂੰ 10ਵਾਂ ਦੁਆਰ ਕਿਹਾ ਹੈ, ਤੇ ਉੱਥੇ ਉਹ ਨਾਮ ਚੱਲ ਰਿਹਾ ਹੈ। ਤੇ ਸਰੀਰ ਦੇ ਉਸ ਹਿੱਸੇ ਨੂੰ ਮਹਾਰਾਜ ਗੁਰਬਾਣੀ 'ਚ ਬਚਨ ਕਰਦੇ ਨੇ, ਇਹ ਸਰੀਰ ਸਭ ਧਰਮ ਹੈ, ਸੱਚੇ ਕੀ ਵਿੱਚ ਜੋਤ, ਗੋਜ ਪਦਾਰਥ ਲੁਕ ਰਹੇ, ਗੋਜ ਪਦਾਰਥ ਵਿੱਚ ਲੁਕ ਰਹੇ, ਕੋਈ ਗੁਰਮੁਖ ਕੱਢੇ ਖੋਤ। ਹੁਣ ਉਹ ਜਿਹੜਾ ਕਾਇਆ ਦਾ ਹਿੱਸਾ ਹੈ, ਉਹਦੇ ਵਿੱਚ ਗੋਜ ਰਤਨ ਲੁਕੇ ਹੋਏ ਨੇ। ਗੋਜ ਰਤਨ, ਗੋਜ ਰਤਨ ਹੈ ਉਹ ਨਾਮ ਨੂੰ ਕਿਹਾ ਹੋਇਆ। ਗੋਜ ਪਦਾਰਥ ਰਤਨ, 4 ਰਤਨ ਨੇ ਜਿਹੜੇ ਆਪਾਂ ਨੂੰ ਦਿੱਤੇ ਹੋਏ ਨੇ, 4 ਰਤਨ, ਜਿਨ੍ਹਾਂ ਦੇ ਵਿੱਚੋਂ ਇੱਕ ਨਾਮ ਵੀ ਰਤਨ ਹੈ। ਹੁਣ ਉਹ ਜੋ ਨਾਮ ਰਤਨ ਹੈ, ਉਹ 10ਵੇਂ ਦੁਆਰ ਦੇ ਵਿੱਚ ਗੁਪਤ ਹੈ। 10ਵੇਂ ਦੁਆਰ ਦਾ ਸੰਬੰਧ ਇਸ ਕਾਇਆ ਦੇ ਨਾਲ ਹੈ। ਪੌਣ ਦੁਆਰਾ ਇਹ 9 ਦਰ ਖੁੱਲ੍ਹਦੇ ਨੇ, ਤੇ ਪੌਣ ਨੂੰ ਪਾਰ ਕਰਕੇ ਜਦੋਂ ਅਸੀਂ ਆਸਣ ਲਾਉਂਦੇ ਹਾਂ,
ਉਦੋਂ ਸਾਡਾ 10ਵੇਂ ਦੁਆਰ ਨਾਲ ਸੰਬੰਧ ਹੁੰਦਾ ਹੈ। ਇਸ ਕਰਕੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਸਮਝਾਇਆ ਕਿ ਜੇ ਤੁਸੀਂ ਨਾਮ ਪ੍ਰਾਪਤ ਕਰਨ ਵਾਸਤੇ ਬਾਹਰ ਜਾਓਗੇ ਤੇ ਤੁਹਾਨੂੰ ਨਾਮ ਬਾਹਰੋਂ ਨਹੀਂ ਮਿਲੇਗਾ। ਇਸ ਜੱਗ में ਨਾਮ ਅਲੱਭ ਹੈ, ਗੁਰਮੁਖ ਵਸੈ ਮਨ ਆਏ। ਕਿ ਨਾਮ ਬਾਹਰੋਂ ਨਹੀਂ ਤੁਹਾਨੂੰ ਦੇ ਸਕਦਾ ਕੋਈ। ਉਹ ਜਿਹੜਾ ਨਾਮ ਹੈ ਉਹ ਤੁਹਾਡੇ ਮਨ ਨੂੰ ਪ੍ਰਾਪਤ ਹੋਣਾ ਹੈ, ਕਿਉਂਕਿ ਨਾਮ ਅੰਦਰ ਗੁਪਤ ਹੈ। ਤੇ ਕਿੱਥੇ ਹੈ ਇਹ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਸਮਝਾਇਆ। ਜਦੋਂ ਸਾਡਾ ਸੰਯੋਗ ਗੁਰਮੁਖਾਂ ਨਾਲ ਬਣਿਆ, ਉਹਨਾਂ ਸਾਧੂਆਂ ਦੇ ਨਾਲ ਬਣਿਆ ਜਿਹੜੇ ਉਸ ਘਰ ਦੇ ਵਿੱਚ ਆਉਂਦੇ ਜਾਂਦੇ ਸੀ, ਜਿਹੜੇ ਸਹੀ ਮਾਇਨੇ ਦੇ ਵਿੱਚ ਨੌਕਰ ਆਪਣੇ ਆਪ ਨੂੰ ਅਖਵਾਉਂਦੇ ਸੀ, ਉਹਨਾਂ ਨੇ ਫਿਰ ਗੁਰਬਾਣੀ ਦੁਆਰਾ ਭੇਜ ਦੇਣਾ ਸ਼ੁਰੂ ਕੀਤਾ। ਤੇ ਮਹਾਰਾਜ ਸਮਝਾਉਂਦੇ, ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ मीठा, सगल समगरी एकस घट माहे, अनेक रूप नाना दृष्टाहे, नौनिध अमृत प्रभ का नाम, देही मैं इसका विश्राम। इस काया दे अंदर जिथे सुन अवस्था है, सहज अवस्था है, नौनिध अमृत प्रभ का नाम, देही में इसका विश्राम। इस देही दे अंदर वो नाम गुप्त है। ये हुण महाराज ने आप हुण दस्सिया है। आपां गुरबाणी पढ़ते हैं, पर कई दफा असी गुरबाणी पढ़ के लंघ जाते ते असी उहनूं खोजते नहीं, सहज विच विचारते नहीं, ते फिर असी इधर उधर भटकते रहिंदे हां, थां थां ते तुरे फिरदे हां कि जी सानू नाम दे दिओ जी, सानू नाम दे दिओ जी। ते ਉਹ ਫਿਰ ਬਹੁਤ ਸਾਰੇ ਜੀਵ ਐਸਾ ਸਾਨੂੰ ਭਰਮ ਦੇ ਵਿੱਚ ਪਾਉਂਦੇ ਨੇ ਤੇ ਅਸੀਂ ਉਹਨਾਂ ਦੇ ਹੀ ਚੱਕਰ ਵਿੱਚ ਐਸਾ ਫਸਦੇ ਹਾਂ ਕਿ ਪਾਤਸ਼ਾਹ ਕਹਿੰਦੇ ਨੇ ਸਾਡਾ ਜੀਵਨ ਹੀ ਵਿਅਰਥ ਹੋ ਜਾਂਦਾ। ਹੁਣ ਬਹੁਤ ਸਾਰੇ ਆਪਣੇ ਵਿੱਚੋਂ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦੇ ਨੇ, ਪਰ ਜੇ ਕਿਸੇ ਨੂੰ ਪੁੱਛਿਆ ਜਾਵੇ ਵੀ ਤੁਹਾਨੂੰ ਨਾਮ ਦਾ ਭੇਦ ਹੈ ਤਾਂ ਬਹੁਤ ਵਿਰਲੇ ਗੁਰਮੁਖ ਹੋਣਗੇ, ਖੋਜ ਕਰਦੇ ਹੋਣਗੇ, ਤੇ ਜ਼ਿਆਦਾਤਰ ਜੀਵ ਕਹਿਣਗੇ ਵੀ ਨਹੀਂ ਪਤਾ। ਭਾਵੇਂ ਤੁਸੀਂ ਆਪਣੇ ਆਪ ਦੀ ਵਿਚਾਰ ਆਪ ਹੀ ਦੇਖ ਲਓ ਕਰਕੇ, ਨਾਮ ਦਾ ਭੇਦ ਨਹੀਂ ਲੈ, ਤੇ ਨਾਮ ਹੀ ਮੇਨ ਸਾਰਾ ਧੁਰਾ ਹੈ। ਜਿਹੜਾ ਮੇਨ ਧੁਰਾ ਹੈ ਅਸੀਂ ਉਹਦੇ ਨਾਲੋਂ ਹੀ ਟੁੱਟੇ ਹੋਏ ਹਾਂ। ਜਿਸ ਤਰ੍ਹਾਂ ਜਦੋਂ ਚੱਕੀ ਚੱਲਦੀ ਹੈ ਨਾ, ਤੇ ਜਿਹੜਾ ਧੁਰੇ ਦੇ ਨਾਲੋਂ ਪਾਸੇ ਹਟਦੇ ਉਹ ਪੀਸਿਆ ਜਾਂਦਾ ਹੈ, ਤੇ ਜਿਹੜਾ ਉਹ ਧੁਰੇ ਦੇ ਨਾਲ ਜੁੜਿਆ ਰਹਿੰਦਾ ਤੇ ਉਹ ਬਚ ਜਾਂਦਾ ਹੈ, ਬਚਿਆ ਰਹਿੰਦਾ। ਜਿਹੜਾ ਮਨ ਨਾਮ ਦੇ ਨਾਲ ਜੁੜਿਆ ਰਹੇਗਾ ਉਹ ਸੰਸਾਰ ਦੇ ਵਿੱਚ ਵਿਚਰਦਾ ਸੁੱਖ ਤੇ ਆਨੰਦ ਪ੍ਰਾਪਤ ਕਰੇਗਾ, ਤੇ ਦਰਗਾਹ ਦੇ ਵਿੱਚ ਉਸ ਨੂੰ ਥਾਂ ਮਿਲ ਜਾਏਗੀ। ਤੇ ਹੁਣ ਨਾਮ ਦਾ ਹੀ ਨਹੀਂ ਭੇਦ ਲਿਆ ਬਹੁਤ ਸਾਰੇ ਜੀਵਾਂ ਨੇ, ਤੇ ਪਾਤਸ਼ਾਹ ਸਮਝਾਉਂਦੇ ਨੇ, नौनिध अमृत प्रभ का नाम, देही में इसका विश्राम। देही दे अंदर, ते देही दे अंदर जिथे वो नाम गुप्त है ਉਹਨੂੰ ਕਹਿੰਦੇ ਨੇ ਸੁਨ। ਸੁਨ ਸੁਮਾਦ ਅਨਹਦ ਤੈਨਾਤ, ਕਹ ਨਾ ਜਾਏ ਅਚਰਜ ਬਿਸਮਾਰ। ਹੁਣ ਉਹ ਨਾਮ ਉੱਥੇ ਗੁਪਤ ਹੈ ਸੁਨ ਵਿੱਚ, ਤੇ ਸੁਨ ਵਿੱਚ ਹੀ ਉਹ ਆਪ ਬੈਠਾ ਹੋਇਆ ਹੈ, ਮਾਲਕ ਮਾਤਾ ਪਿਤਾ ਸਾਡਾ। ਹੁਣ ਜਿੱਥੇ ਉਹ ਆਪ ਬੈਠੇ ਹੋਏ ਨੇ ਸੁਨ ਵਿੱਚ, ਤੇ ਉਹਨਾਂ ਦੇ ਕੋਲ ਹੀ ਨਾਮ ਹੈ, ਉੱਥੇ ਨਾਮ ਉਹਨਾਂ ਨੇ ਆਪਣੇ ਕੋਲ ਰੱਖਿਆ ਹੋਇਆ। ਇਸ ਕਰਕੇ ਜਦੋਂ ਆਪਾਂ ਉਹਨੂੰ ਸਮਝਾਉਂਦੇ ਨੇ ਖੋਲ ਕੇ, ਜਦੋਂ ਆਪਾਂ ਖੋਲ ਕੇ ਸਮਝਾਂਗੇ ਤੇ ਸਾਨੂੰ ਭੇਦ ਆਏਗਾ ਵੀ ਆਪ ਕਿੱਥੇ ਬੈਠੇ ਹੋਏ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ਼ਾਰਾ ਕੀਤਾ ਹੈ, ਸੁਨ ਸਮਾਦ ਗੁਫਾ ਤੇ ਆਸਨ, ਕੇਵਲ ਬ੍ਰਹਮ ਪੂਰਨ ਤਹਿ ਬਾਸਨ, ਭਗਤ ਸੰਗ ਪ੍ਰਭ ਗੋਸ਼ਟ ਕਰਤ, ਤੇ ਹਰਖ ਨਾ ਸੋਗ ਨਾ ਜਨਮ ਨਾ ਮਰਤ।
ਹੁਣ ਉਹਨਾਂ ਨੇ ਆਪਾਂ ਨੂੰ ਸਮਝਾਇਆ ਵੀ ਜਿੱਥੇ ਆਪ ਬੈਠੇ ਨੇ ਸੁੰਨ ਵਿੱਚ ਤੇ ਉੱਥੇ ਹੀ ਨਾਮ ਹੈ, ਜਿਸ ਨੂੰ ਆਪਾਂ ਹੋਰ ਖੋਲ ਕੇ ਪੜ੍ਹਦੇ ਹਾਂ ਬਾਣੀ ਵਿੱਚ। ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਮ, ਏਵੜ ਉੱਚਾ ਹੋਵੇ ਕੋਏ ਤੇ ਉੱਚੇ ਕੋ ਜਾਣੇ ਸੋਏ। ਹੁਣ ਅਸੀਂ ਇੱਥੋਂ ਹੇਠਾਂ ਹੇਠਾਂ ਰਹਿੰਦੇ, ਇਹ ਜਿਹੜਾ ਹੇਠਲਾ ਪਾਸਾ ਹੈ ਇਹਨੂੰ ਕਹਿੰਦੇ ਨੇ ਅਰਧ, ਤੇ ਜਿੱਥੇ ਉਹ ਆਪ ਵਸਦੇ ਨੇ ਉਹਨੂੰ ਕਹਿੰਦੇ ਨੇ ਉਰਧ। ਅਸੀਂ ਹੁਣ ਜਿੱਧਰ ਵਸ ਰਹੇ ਹਾਂ ਇਹ ਹੈ ਮਾਇਆ ਦਾ ਇਲਾਕਾ, ਕਾਲ ਦਾ ਦੇਸ਼, ਇਹ ਹੈ ਭਰਮ ਤ੍ਰੈ ਗੁਣ, ਇਸ ਨੂੰ ਕਹਿੰਦੇ। ਤੇ ਤ੍ਰੈ ਗੁਣਾਂ ਦੇ ਵਿੱਚ ਹੁਣ ਮਨ ਵਿਚਰਦਾ ਪਿਆ ਹੈ, ਇਸ ਨੂੰ ਨਾਮ ਦਾ ਭੇਦ ਨਹੀਂ, ਨਾਮ ਨਹੀਂ ਪ੍ਰਾਪਤ ਹੋਏਗਾ, ਕਿਉਂਕਿ ਨਾਮ ਇਹਨਾਂ ਤੋਂ ਪਰੇ ਹੈ। ਹੁਣ ਉਹ ਨਾਮ ਅੰਦਰ ਗੁਪਤ ਹੈ, ਤੇ ਕਿੱਥੇ ਹੈ? ਸੁੰਨ ਵਿੱਚ। ਜੇ ਆਪਾਂ ਹੋਰ ਖੋਲ ਕੇ ਸਮਝਾਂਗੇ ਤਾਂ ਭਗਤ ਕਬੀਰ ਜੀ ਦੱਸਦੇ ਨੇ ਆਪਣਾ ਉਹ ਅਭਿਆਸ ਦੱਸਦੇ ਨੇ, ਕਹਿੰਦੇ ਸਾਨੂੰ ਨਾਮ ਕਿੱਥੇ ਜਾ ਕੇ ਪ੍ਰਾਪਤ ਹੋਇਆ? ਕਬੀਰ ਉਨ ਮਨ ਮਨੁਆ ਸੁਨ ਸਮਾਨਾ, ਦੁਬਦਾ ਦੁਰਮਤ ਭਾਗੀ, ਕਹੋ ਕਬੀਰ ਅਨੁਭਵ ਇੱਕ ਦੇਖਿਆ, ਰਾਮ ਨਾਮ ਲਿਵ ਲਾਗੀ। ਸਾਡੀ ਨਾਮ ਦੇ ਨਾਲ ਉਦੋਂ ਲਿਵ ਜੁੜੀ ਜਦੋਂ ਅਸੀਂ ਸੁੰਨ ਵਿੱਚ ਚਲੇ ਗਏ, ਸਹਿਜ ਵਿੱਚ ਚਲੇ ਗਏ, ਸਾਡਾ ਧਿਆਨ ਬਦਲ ਗਿਆ, ਅਸੀਂ ਨਾਮ ਦੇ ਨਾਲ ਜੁੜੇ, ਸਾਨੂੰ ਨਾਮ ਪ੍ਰਾਪਤ ਹੋ ਗਿਆ, ਕਿਉਂਕਿ ਨਾਮ ਚੌਥੇ ਪਦ ਵਿੱਚ। ਹੁਣ ਜਿੱਥੇ ਆਪ ਬੈਠੇ ਹੋਏ ਨੇ ਉਹਦੇ ਕੋਲ ਨਾਮ ਹੈ ਸੁੰਨ ਵਿੱਚ, ਤੇ ਜਿੱਥੇ ਬੈਠੇ ਹੋਏ ਨੇ ਸੁੰਨ ਵਿੱਚ ਉਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਹਰੀ ਦਾ ਹੱਟ ਕਿਹਾ ਹੋਇਆ ਵੀ ਉਹ ਨਾਮ ਪੂਰੇ ਸਤਿਗੁਰ ਦੇ ਕੋਲ ਹੈ। ਨਾਮ ਅਮੋਲਕ ਰਤਨ ਹੈ, ਪੂਰੇ ਸਤਿਗੁਰ ਪਾਸ। ਸਤਿਗੁਰ ਸੇਵੇ ਲੱਗਿਆ, ਕੱਢ ਰਤਨ ਦੇਵੇ ਪ੍ਰਗਾਸ। ਉਹਦੇ ਸਤਿਗੁਰ ਦੇ ਕੋਲ ਹੈ ਉਹ ਜਿੱਥੇ ਬੈਠਾ ਹੈ ਉਹਨੂੰ ਹਰੀ ਦਾ ਹੱਟ ਕਹਿ ਦਿੱਤਾ ਹੈ। ਹਰ ਮੰਦਰ ਹਰ ਕਾ ਹਾਟ ਹੈ, ਰੱਖਿਆ ਸ਼ਬਦ ਸਵਾਰ, ਤਿਸ ਵਿੱਚ ਸੌਦਾ ਏਕ ਨਾਮ, ਗੁਰਮੁਖ ਲੈਣ ਸਵਾਰ। ਹੁਣ ਉਹ ਗੁਰਮੁਖ ਨੂੰ ਪ੍ਰਾਪਤ ਹੋਏਗਾ ਜਿਹੜਾ ਉਹ ਸਾਰੀ ਦਿਹਾੜ ਤੇ ਜਾਏਗਾ, ਉਹਦੀ ਸੇਵਾ ਤੇ ਲੱਗੇਗਾ, ਉਹਨੂੰ ਨਾਮ ਪ੍ਰਾਪਤ ਹੋ ਜਾਏਗਾ, ਤੇ ਉਸ ਨਾਮ ਦੇ ਵਿੱਚ ਸਮਾਉਣ ਤੇ ਹੀ ਜਨਮ ਮਰਨ ਖੰਡਨ ਹੋਏਗਾ। ਤੇ ਆਪਾਂ ਬਾਣੀ ਚ ਪੜ੍ਹਦੇ ਹਾਂ ਹਰ ਜਨ ਹਰ ਹਰ ਨਾਮ ਸਮਾਨ। ਹੁਣ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਕਿ ਉੱਥੇ ਹੁਣ ਪ੍ਰਵੇਸ਼ ਹੀ ਨਹੀਂ ਹੁੰਦਾ, ਤੇ ਨਾਮ ਨੂੰ ਕਿਵੇਂ ਪ੍ਰਾਪਤ ਕਰੇਗਾ? ਉਹ ਨਾਮ ਉੱਥੇ ਗੁਪਤ ਹੈ ਜਿੱਥੇ ਬੈਠੇ ਹੋਏ ਨੇ, ਤੇ ਉਹਦੀ ਸੇਵਾ ਤੇ ਲੱਗਣਾ ਪਏਗਾ, ਤੇ ਉਸ ਹਰੀ ਦੇ ਹੱਟ ਤੋਂ ਨਾਮ ਤਾਂ ਪ੍ਰਾਪਤ ਹੋ ਸਕਦਾ ਹੈ। ਤੇ ਉਹ ਸਮਝਾਉਂਦੇ ਨੇ ਬਿਨ ਦਾਮ ਕੇ ਸੌਦਾ ਨਹੀਂ ਹਾਟ, ਵੀ ਉਹ ਜਿਹੜੀ ਹੱਟੀ ਹੈ ਉਹ ਜਿੱਥੇ ਨਾਮ ਦਾ ਭੇਦ ਦੇ ਰਹੇ ਨੇ, ਨਾਮ ਬਖਸ਼ਿਸ਼ ਕਰ ਰਹੇ ਨੇ, ਤੇ ਬਗੈਰ ਦਮਾਂ ਤੋਂ ਉੱਥੇ ਕੁਛ ਨਹੀਂ ਮਿਲਦਾ। ਜਿਸ ਤਰ੍ਹਾਂ ਬਾਹਰ ਤੁਸੀਂ ਦਮੜੇ ਦਿੰਦੇ ਹੋ ਤੇ ਤੁਹਾਨੂੰ ਸੌਦਾ ਮਿਲਦਾ ਹੈ, ਉੱਥੇ ਵੀ ਤੁਹਾਨੂੰ ਬਿਨ ਦਾਮ ਕੇ ਸੌਦਾ ਨਹੀਂ ਹਾਟ। ਤੇ ਜਿੰਨੀ ਦੇਰ ਤੱਕ ਉੱਥੇ ਧਨ ਨਹੀਂ ਜਮਾ ਹੋਏਗਾ, ਰਤਨ ਨਹੀਂ ਜਮਾ ਹੋਣਗੇ, ਉਨੀ ਦੇਰ ਤੱਕ ਮਿਲ ਨਹੀਂ ਸਕਦਾ। ਬਿਨ ਦਾਮ ਕੇ ਸੌਦਾ ਨਹੀਂ ਹਾਟ, ਬਿਨ ਬੇੜੀ ਸਾਗਰ ਨਹੀਂ ਬਾਟ, ਬਿਨ ਸਤਿਗੁਰ ਸੇਵੇ ਘਾਟੋ ਘਾਟ। ਤੇ ਉਹਦੀ ਸੇਵਾ ਤੇ ਲੱਗਿਆ ਕਿੰਨਾ ਘਾਟਾ ਪੈ ਰਿਹਾ ਹੈ, ਰੋਜ਼ਾਨਾ ਦੇ ਰੋਜ਼ਾਨਾ ਆਪਾਂ ਦੇਖ ਰਹੇ ਹਾਂ ਕਿੰਨੇ ਸਵਾਸ ਆ ਰਹੇ ਨੇ, ਤੇ ਸਾਰੇ ਸਵਾਸ ਹੀ ਤ੍ਰੈ ਗੁਣਾਂ ਦੇ ਵਿੱਚ, ਮਾਇਆ ਦੇ ਵਿੱਚ ਖਰਚ ਹੋਈ ਜਾ ਰਹੇ ਨੇ। ਇਹ ਸਵਾਸ ਤਾਂ ਇਸ ਕਰਕੇ ਬਖਸ਼ਿਸ਼ ਹੋ ਰਹੇ ਸੀ ਕਿ ਨਾਮ ਰਤਨ ਨੂੰ ਪ੍ਰਾਪਤ ਕਰੀਏ। ਆਏ ਸੀ ਸੰਸਾਰ ਵਿੱਚ ਗੁਰੂ ਦਾ ਬਚਨ ਸੁਣਨਾ ਸੀ, ਤੇ ਸੁਣ ਕੇ ਇਹ ਧਨ ਜਮਾ ਕਰਾਉਣਾ ਸੀ, ਤੇ ਨਾਮ ਨੂੰ ਪ੍ਰਾਪਤ ਕਰਨਾ। ਆਇਓ ਸੁਣਨ ਪੜਨ ਕੋ ਬਾਣੀ, ਨਾਮ ਵਿਸਾਰ ਲਗੇ ਅਨਲਾਲਚ, ਬਿਰਥਾ ਜਨਮ ਪ੍ਰਾਣੀ। ਤੇ ਇਹ ਜਿਹੜਾ ਸਾਡਾ ਧਿਆਨ ਹੈ ਹੋਰ ਪਾਸੇ ਲੱਗਾ ਹੋਇਆ, ਇਹ ਸਵਾਸ ਆ ਰਹੇ ਨੇ, ਕਦੀ ਰਜੋਗੁਣ ਤੇ ਖਰਚ ਕਰ ਦਿੱਤੇ,
कदी तमोगुण ते कदी सतोगुण ते खर्च कर दिते। इन्हां तिन्नां हट्टां ते खर्च करी गए, जिहड़ा चौथा हट सी उथे तां असीं गए ही नहीं। ये शरीर दे विच हट लगे होए ने, काया कोट अपार है, अंदर हट नाले, गुरमुख सौदा जो करे हर वस्त संभाले। ਜਿਹੜੇ ਗੁਰਮੁਖ ਨੇ ਉਹ ਵਪਾਰੀ ਬਣ ਜਾਂਦੇ ਨੇ, ਉਹ ਗੁਰੂ ਦੀ ਮੱਤ ਲੈ ਲੈਂਦੇ, ਉਹਨਾਂ ਨੂੰ ਪਤਾ ਲੱਗ ਗਿਆ ਕਿ ਨਾਮ ਅੰਦਰ ਹੈ, ਅਸੀਂ ਪ੍ਰਾਪਤ ਕਰਨਾ ਹੈ। ਉਹ ਵਣਜਾਰੇ ਬਣ ਜਾਂਦੇ ਨੇ, ਉਹ ਨਾਮ ਧਨ ਵਾਸਤੇ ਸਵਾਸ ਜੋੜਨੇ ਸ਼ੁਰੂ ਕਰ ਦਿੰਦੇ ਨੇ, ਤੇ ਦੂਸਰੇ ਇਹਨਾਂ ਸਵਾਸਾਂ ਦੇ ਨਾਲ ਕੱਚਾ ਮਾਲ ਖਰੀਦੀ ਜਾਂਦੇ ਨੇ, ਤੇ ਹੈ ਸਾਰੇ ਵਪਾਰੀ। ਤੇ ਗੁਰਬਾਣੀ ਵਿੱਚ ਸਮਝਾਉਂਦੇ ਨੇ, ਜੇਤੇ ਆਏ ਤੇਤੇ ਵਣਜਾਰੇ, ਖੁੱਲੇ ਹੱਟ ਹੋਆ ਵਪਾਰ। ਹੁਣ ਹੱਟ ਖੁੱਲੇ ਹੋਏ ਨੇ, ਕਈ ਕਾਲ ਦੇ ਦੇਸ਼ ਦੇ ਵਿੱਚ ਸਵਾਸ ਖਰਚ ਕਰੀ ਜਾਂਦੇ ਨੇ, ਕਈ ਨਾਮ ਦੇ ਵਪਾਰੀ ਬਣ ਗਏ। ਇੱਕ ਰਤਨ ਪਦਾਰਥ ਬਣ ਜਦੇ, ਇੱਕ ਕੱਚੇ ਕੇ ਵਪਾਰਾ। ਹੁਣ ਜਿਹੜਾ ਕੱਚਾ ਮਾਲ ਖਰੀਦਦੇ ਨੇ, ਸਵਾਸ ਆਇਆ, ਉਹਨਾਂ ਦੇ ਅੰਦਰ ਆਸ਼ਾ ਅਭਿਲਾਸ਼ਾ ਤ੍ਰਿਸ਼ਨਾਵਾਂ ਪੈਦਾ ਹੋ ਗਈਆਂ, ਸੁਭਾਅ ਰਜੋਗੁਣੀ ਬਣ ਗਿਆ। ਉਹ ਸਾਰਾ ਦਿਨ ਰਜੋਗੁਣ ਤੇ ਹੀ ਵਿਚਾਰ ਕਰੀ ਜਾਂਦੇ ਨੇ। ਕਿਸੇ ਦਾ ਸੁਭਾਅ ਤਮੋਗੁਣੀ ਹੋ ਗਿਆ, ਉਹਦੇ ਅੰਦਰ ਦੁਬਦਾ, ਈਰਖਾ, ਨਿੰਦਿਆ, ਚੁਗਲੀ, ਕਾਮ, ਕ੍ਰੋਧ, ਹੰਕਾਰ ਪੈਦਾ ਹੋ ਗਿਆ। ਕੋਈ ਦੁਨਿਆਵੀ ਤੌਰ ਤੇ ਸਤੋਗੁਣੀ ਹੋ ਗਿਆ, ਦਾਨੀ ਬਣ ਗਿਆ, ਬਾਹਰ ਮੁਖੀ ਹੋ ਕੇ ਚੱਲਣ ਲੱਗਾ। ਇਹ ਸਵਾਸ ਖਰਚ ਹੋਣ ਲੱਗ ਪਏ ਸਾਰਿਆਂ ਦੇ। ਇਹਨੂੰ ਕਹਿੰਦੇ ਨੇ ਗੁਰਬਾਣੀ ਦੇ ਵਿੱਚ ਵੀ ਕਾਲ ਦੇ ਦੇਸ਼ ਵਿੱਚ ਅਸੀਂ ਖਰਚ ਕਰ ਰਹੇ ਹਾਂ ਸਾਰੇ ਸਵਾਸ, ਤੇ ਨਾਮ ਤੇ ਵਪਾਰ ਹੀ ਨਹੀਂ ਹੋ ਰਿਹਾ ਸਾਨੂੰ, ਨਾਮ ਤੇ ਪ੍ਰਾਪਤੀ ਨਹੀਂ ਹੋ ਰਿਹਾ ਸਾਨੂੰ। ਹੁਣ ਜੇ ਅਸੀਂ ਨਾਮ ਪ੍ਰਾਪਤ ਕਰਨਾ ਚਾਹੁੰਦੇ ਤੇ ਨਾਮ ਅੰਦਰ ਗੁਪਤ ਹੈ, ਤੇ ਜਿੱਥੇ ਉਹ ਨਾਮ ਗੁਪਤ ਹੈ, ਇਹਨੂੰ ਹਰੀ ਦਾ ਹੱਟ ਕਿਹਾ ਹੋਇਆ ਹੈ। ਤੇ ਹਰੀ ਦੇ ਹੱਟ ਦੇ ਉੱਪਰ ਜਦੋਂ ਆਪਾਂ ਪ੍ਰਵੇਸ਼ ਹੋਣਾ, ਤੇ ਇਹ ਜਿਹੜਾ ਧਨ ਹੈ ਇਹ ਜਮ੍ਹਾਂ ਕਰਾਉਣਾ ਪਏਗਾ ਸਾਨੂੰ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸਿਆ ਕਿ ਨਾਮ ਦੇ ਵਪਾਰੀ ਬਣੋ। ਤੁਸੀਂ ਆਏ ਹੋ ਸੰਸਾਰ ਦੇ ਵਿੱਚ, ਤੇ ਨਾਮ ਨੂੰ ਪ੍ਰਾਪਤ ਕਰੋ। ਤੇ ਪਾਤਸ਼ਾਹ ਸਮਝਾਉਂਦੇ ਨੇ ਪਿਆਰ ਦੇ ਨਾਲ ਸਾਨੂੰ, ਉਹ ਆਂਦੇ ਨੇ, ਵਣਜ ਕਰੋ ਵਣਜਾਰਿਓ, ਵਖਰ ਲਿਹੋ ਸਮਾਲ, ਤੈਸੀ ਵਸਤ ਵਸਾਹੀਏ, ਜੈਸੀ ਨਿਭੇ ਨਾਲ, ਅੱਗੇ ਸਾਉ ਸਜਾਨ ਹੈ, ਲੈਸੀ ਵਸਤ ਸਮਾਲ, ਭਾਈ ਰੇ ਰਾਮ ਕਹੋ, ਚਿਤ ਲਾਏ ਹਰ ਜਸ ਵਖਰ, ਲੈ ਚੱਲੋ ਸ਼ੌ ਦੇ ਕੇ ਪਤੀ ਆਏ। ਕਿ ਤੁਸੀਂ ਆਏ ਹੋ ਨਾਮ ਦਾ ਵਪਾਰ ਕਰਨ ਵਾਸਤੇ, ਤੇ ਉਹ ਤਾਂ ਤੁਸੀਂ ਵਿੱਚ ਹੀ ਛੱਡਿਆ ਹੋਇਆ ਹੈ। ਨਾਮ ਨੂੰ ਪ੍ਰਾਪਤ ਕਰੋ, ਨਾਮ ਦਾ ਵਪਾਰ ਕਰੋ, ਤੇ ਉਥੇ ਉਸ ਵਾਸਤੇ ਇਹ ਧਨ ਜਮ੍ਹਾਂ ਕਰਾਓ ਆਪਣਾ। ਕਿਹੜਾ ਧਨ ਹੈ? ਇਹ ਸਵਾਸ ਜਿਹੜੇ ਨੇ, ਇਹ ਰਤਨ, ਇਹਨਾਂ ਰਤਨਾਂ ਨੂੰ ਜਮ੍ਹਾਂ ਕਰਾਓ। ਤੇ ਕਿਵੇਂ ਜਮ੍ਹਾਂ ਕਰਾਉਣਾ? ਉਹਦੇ ਗੁਰੂ ਦੀ ਮੋਹਰ ਲਾ ਦਿਓ। ਹੁਣ ਆਪਾਂ ਉਸ ਨਾਮ ਨੂੰ ਪ੍ਰਾਪਤ ਕਰਨ ਵਾਸਤੇ ਕੀ ਕਰਨਾ ਹੈ? ਇਹ ਜਦੋਂ ਸਵਾਸ ਆਪਾਂ ਨੂੰ ਪ੍ਰਾਪਤ ਹੋ ਰਿਹਾ, ਜੇ ਤੁਹਾਨੂੰ ਕੋਈ ਲੋੜ ਹੈ, ਕੋਈ ਵਿਚਾਰ ਕਰਨੀ ਹੈ, ਕਿਸੇ ਨਾਲ ਕੋਈ ਗੱਲ ਕਰਨੀ, ਕੋਈ ਫੁਰਨਾ ਲੈਣਾ, ਤੇ ਲਓ, ਨਹੀਂ ਤਾਂ ਇਸ ਨੂੰ ਜਮ੍ਹਾਂ ਕਰਾ ਦਿਓ ਗੁਰੂ ਦੇ ਸ਼ਬਦ ਦੀ ਮੋਹਰ ਲਾ ਕੇ। ਜਿਸ ਸਵਾਸ ਦੇ ਉੱਪਰ ਗੁਰੂ ਦੇ ਸ਼ਬਦ ਦੀ ਮੋਹਰ ਲੱਗ ਗਈ, ਉਹ ਸਿੱਧਾ ਨਿਰਗੁਣ ਦੇ ਖਜ਼ਾਨੇ ਵਿੱਚ ਚਲਾ ਗਿਆ। ਤੇ ਜਿਸ ਸਵਾਸ ਦੇ ਉੱਪਰ ਕਾਲ ਦਾ ਕੋਈ ਵਿਚਾਰ ਆ ਗਿਆ, ਉਹ ਕਾਲ ਦੇ ਦੇਸ਼ ਵਿੱਚ ਉਹ ਖੋਟਾ ਹੋ ਗਿਆ। ਉਹਦੇ ਬਾਰੇ ਸਾਨੂੰ ਫਿਰ ਆਪਣਾ ਦੱਸਣਾ ਪਏਗਾ ਵੀ ਮੈਂ ਕਿਉਂ ਖਰਚ ਕੀਤਾ ਹੈ। ਇਹ ਸਾਨੂੰ ਹਿਸਾਬ ਕਿਤਾਬ ਦੇਣਾ ਪੈਂਦਾ ਹੈ। ਲੇਖੇ ਬੋਲਣਾ, ਲੇਖੇ ਖਾਣਾ ਖਾਓ, ਲੇਖੇ ਵਾੜ ਚਲਾਈਏ, ਲੇਖੇ ਸੁਣ ਵਿਖਾਓ, ਲੇਖੇ ਸਾਹ ਲਵਾਈਏ, ਪੜ੍ਹੇ ਕੇ ਪੁੱਛਣ ਜਾਓ। ਇਹ ਸਵਾਸ ਸਾਨੂੰ ਦੇ ਰਹੇ ਨੇ, ਉਹ ਆਂਦੇ ਨੇ ਤੁਸੀਂ ਇਹਨੂੰ ਵਿਚਾਰਨਾ ਹੈ। ਇਸ ਕਾਇਆ ਦੇ ਵਿੱਚ ਬਹੁਤ ਸਾਰੇ ਅੰਦਰ ਹੱਟ ਲੱਗੇ ਹੋਏ ਨੇ। ਤੁਹਾਨੂੰ ਕਿਹਦੀ ਲੋੜ ਹੈ? ਕਿਹੜੀ ਚੀਜ਼ ਤੁਹਾਡੇ ਨਾਲ ਨਿਭਣੀ ਹੈ? ਤੁਸੀਂ ਆਪਣੀ ਅਕਲ ਕਲਾ ਦਾ ਇਸਤੇਮਾਲ ਕਰੋ। ਤੇ ਮਾਰੇ ਸਮਝਾਉਂਦੇ ਨੇ, ਬਾਰੰਗਬਾਰ ਮਾਇਆ ਪੇ ਅਟਕੇ, ਲੈ ਨਰਜਾ ਮਨ ਤੋਲੇ ਦੇ। ਜਦੋਂ ਸਵਾਸ ਆਇਆ ਤਾਂ ਰੁਕਣਾ ਹੈ। ਜੇ ਲੋੜ ਹੈ ਫੁਰਨਾ ਲੈਣਾ, ਨਹੀਂ ਤਾਂ ਸਵਾਸ ਜਮ੍ਹਾਂ ਕਰਾਉਣਾ। ਤੇ ਕਿਸਾ ਜਮ੍ਹਾਂ ਕਰਾਉਣਾ ਹੈ? ਆਓ ਆਪਾਂ ਉਹ ਨਾਮ ਦੇ ਵਪਾਰੀ ਬਣ ਜਾ ਰਹੇ ਹਾਂ। ਅੱਜ ਦਾ ਵਿਸ਼ਾ ਆਪਣਾ ਹੈ ਨਾਮ ਕਿਵੇਂ ਪ੍ਰਾਪਤ ਹੋਣਾ। ਤੇ ਨਾਮ ਦਾ ਤੇ ਆਪਾਂ ਨੂੰ ਹੁਣ ਪਤਾ ਲੱਗ ਗਿਆ ਕਿ ਨਾਮ ਗੁਪਤ ਹੈ ਅੰਦਰ, ਜਿੱਥੇ ਬੈਠੇ ਹੋਏ।
10ਵੇਂ ਦੁਆਰ ਵਿੱਚ। ਤੇ ਉਸ ਵਾਸਤੇ ਆਪਾਂ ਨੂੰ ਹੁਣ ਧਨ ਚਾਹੀਦਾ ਹੈ, ਤੇ ਧਨ ਜਮ੍ਹਾਂ ਕਰਾਉਣਾ ਹੈ ਸਵਾਸਾਂ ਦਾ ਸਿਮਰਨ ਦੁਆਰਾ। ਜਦੋਂ ਇਹ ਸਵਾਸ ਆਪਣੇ ਅੰਤਰਗਤ ਨੂੰ ਗਿਆ, ਇਹਨੇ ਨਾਭੀ ਤੱਕ ਜਾਣਾ ਹੈ। ਜਦੋਂ ਸਵਾਸ ਅੰਤਰਗਤ ਗਿਆ, ਵਾਹ ਗਗਨ ਨੂੰ ਗਿਆ ਤੇ ਗੁਰ, ਇਹਦੇ ਉੱਪਰ ਆਪਾਂ ਸ਼ਬਦ ਦੀ ਗੁਰ ਮੰਤਰ ਦੀ ਮੋਹਰ ਲਾਈ ਜਾਣੀ। ਜਿਵੇਂ ਜਿਵੇਂ ਆਪਾਂ ਸਿਮਰਨ ਅਭਿਆਸ ਕਰਾਂਗੇ, ਇਹ ਸਾਨੂੰ ਵਿਚਾਰ ਫੁਰਨੇ ਨਹੀਂ ਆਉਣਗੇ, ਇਹ ਸਵਾਸ ਜਮ੍ਹਾਂ ਹੁੰਦੇ ਜਾਣਗੇ। ਤੇ ਜਿਵੇਂ ਜਿਵੇਂ ਸਵਾਸ ਜਮ੍ਹਾਂ ਹੋ ਗਏ, ਤੇ ਫਿਰ ਸਾਡਾ ਉਹ ਦਰ ਖੁੱਲੇਗਾ ਹਰੀ ਦਾ ਹੱਟ, ਤੇ ਸਾਨੂੰ ਬੁਲਾਉਣਗੇ, ਉਥੋਂ ਫਿਰ ਗੁਰਮੁਖ ਸੌਦਾ ਪ੍ਰਾਪਤ ਕਰਦੇ ਨੇ। ਕਿਵੇਂ ਪ੍ਰਾਪਤ ਕਰਦੇ ਨੇ ਉਹ ਵੀ ਆਪਾਂ ਸੁਣਦੇ ਹਾਂ, ਗੁਰਮੁਖਾਂ ਨੇ ਕਿਵੇਂ ਪ੍ਰਾਪਤ ਕੀਤਾ ਹੈ। ਆਓ ਨਾਲ ਨਾਲ ਆਪਾਂ ਪ੍ਰੈਕਟੀਕਲ ਵੀ ਕਰੀਏ, ਥੋੜਾ ਅਭਿਆਸ ਵੀ ਨਾਲ ਨਾਲ ਸਿੱਖਦੇ ਚੱਲੀਏ। ਆਓ ਸਾਰੇ ਜਿੰਨੇ ਵੀ ਮਾਈ ਭਾਈ ਇਸ ਮਾਧਿਅਮ ਦੇ ਰਾਹੀਂ ਸੁਣ ਰਹੇ ਨੇ, ਇਹ ਚੈਨਲ ਦੇ ਰਾਹੀਂ ਸੁਣ ਰਹੇ ਨੇ, ਉਹਨਾਂ ਨੂੰ ਬੇਨਤੀ ਹੈ ਕਿ ਪਿਆਰ ਨਾਲ ਆਪਣੇ ਨੇਤਰ ਬੰਦ ਕਰੋ ਔਰ ਪਿਆਰ ਦੇ ਨਾਲ ਬੈਠੋ। ਆਪਣੀ ਰਸਨਾ ਦੇ ਨਾਲ ਬੋਲਣਾ ਹੈ ਔਰ ਆਪਣੇ ਜਿਹੜੇ ਸ਼ਰਵਣ ਨੇ ਇਹਨਾਂ ਦੇ ਨਾਲ ਸੁਣਨਾ ਹੈ। ਰਸਨਾ ਤੋਂ ਗਾਉਣਾ ਹੈ, ਸ਼ਰਵਣਾ ਦੁਆਰਾ ਸੁਣਨਾ ਹੈ। ਸ਼ਰਵਣੀ ਸੁਣੀਏ, ਰਸਨਾ ਗਾਈਏ, ਹਿਰਦੇ ਤੇ ਆਈਏ ਸੋਈ। ਵਾਹਿਗੁਰੂ 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 ਵਾਹਿਗੁਰੂ। ਇਸਾਂ ਅਭਿਆਸ ਕਰਦਿਆਂ ਆਪਣੀ ਹੀ ਆਵਾਜ਼ ਵਿੱਚ ਇੰਨਾ ਲੀਨ ਹੁੰਦਿਆਂ ਜਾਣਾ ਹੈ ਆਪਾਂ, ਕਿ ਆਪਾਂ ਨੂੰ ਚੇਤਾ ਭੁੱਲ ਜੇ ਆਪਣੇ ਇਸ ਸਰੀਰ ਦਾ, 9 ਦਰਾਂ ਦਾ। ਬਿਲਕੁਲ ਹੀ ਸਾਡਾ ਜੋ ਧਿਆਨ ਹੈ ਇਹ ਸਹਿਜ ਵਿੱਚ ਟਿਕਾਊ ਕਰਦਾ ਜਾਵੇ। ਇਹ ਨਹੀਂ ਵੀ ਆਪਾਂ ਜਿਸ ਤਰ੍ਹਾਂ ਹੁਣ 5 ਮਿੰਟ ਸਿਮਰਨ ਕੀਤਾ, ਇਸ ਤਰ੍ਹਾਂ ਨਹੀਂ, ਇਹਨੂੰ ਲਗਾਤਾਰ ਅਭਿਆਸ ਕਰਨਾ ਪਏਗਾ, ਲਗਾਤਾਰ ਸਿਮਰਨ ਕਰਨਾ ਪਏਗਾ। ਲਗਾਤਾਰ ਜਦੋਂ ਆਪਾਂ ਅਭਿਆਸ ਕਰਦੇ ਰਵਾਂਗੇ, ਸਿਮਰਨ ਕਰਦੇ ਰਵਾਂਗੇ, ਤੇ ਜਿਵੇਂ ਜਿਵੇਂ ਮਨ ਸਾਡਾ ਸਹਿਜ ਅਵਸਥਾ ਵਿੱਚ ਪ੍ਰਵੇਸ਼ ਹੁੰਦਾ ਜਾਵੇਗਾ, ਇਸ ਸਰੀਰ ਨਾਲੋਂ ਸੰਬੰਧ ਟੁੱਟਣ ਲੱਗ ਜਾਏਗਾ ਸਾਡਾ। ਤੇ ਜਿਵੇਂ ਇਧਰੋਂ ਸੰਬੰਧ ਟੁੱਟੇਗਾ, ਇਹ ਸਾਡੇ ਵਿਚਾਰ ਫੁਰਨੇ ਰੁਕਣਗੇ, 3 ਗੁਣਾ ਤੋਂ ਅਤੀਤ ਹੋਣਾ ਸ਼ੁਰੂ ਹੋਵਾਂਗੇ, ਤੇ ਫਿਰ ਇਹ ਜਿਹੜਾ ਮਨ ਹੈ 4ਥੇ ਪਦ ਵਿੱਚ ਪ੍ਰਵੇਸ਼ ਹੁੰਦਾ। ਤੇ ਗੁਰਮੁਖ ਜਦੋਂ 4ਥੇ ਪਦ ਵਿੱਚ ਪ੍ਰਵੇਸ਼ ਹੋਏ, ਤੇ 4ਥੇ ਪਦ ਵਿੱਚ ਪ੍ਰਵੇਸ਼ ਹੋਏ ਤੇ ਮਾਲਕ ਨੇ ਉਹ ਦਰ ਖੋਲਿਆ, ਤੇ ਉਹਨਾਂ ਨੇ ਫਿਰ ਗੁਰਬਾਣੀ ਦੁਆਰਾ ਆਪਾਂ ਨੂੰ ਸਮਝਾਇਆ ਕਿ ਕੈਸੀ ਅਵਸਥਾ ਬਣ ਗਈ। ਜੇਤੇ ਆਏ ਤੇਤੇ ਵਣਜਾਰੇ, ਖੁੱਲੇ ਹੱਟ ਹੋਆ ਵਪਾਰ, ਜੋ ਪਹੁੰਚੇ ਸੋ ਚੱਲਣਹਾਰ, ਧਰਮ ਦਲਾਲ ਪਾਏ ਨਿਸ਼ਾਨ, ਨਾਨਕ ਨਾਮ ਲਾਹਾ ਪ੍ਰਵਾਨ। ਘਰ ਆਏ ਵਜੀ ਵਧਾਈ, ਸੱਚੇ ਨਾਮ ਕੀ ਮਿਲੀ ਵਧਾਈ। ਹੁਣ ਜਦੋਂ ਉਹ ਦਰ ਖੁੱਲਾ ਤੇ ਪ੍ਰਵੇਸ਼ ਹੋਏ ਨੇ, ਤੇ ਮਾਤਾ ਪਿਤਾ ਖੁਸ਼ ਹੋ ਗਏ। ਉਹਨਾਂ ਨੇ ਦੇਖਿਆ ਵੀ ਆਏ ਨੇ ਗੁਰਮੁਖ, ਵਪਾਰੀ ਬਣ ਕੇ ਆਏ ਨੇ, ਵਣਜਾਰੇ ਬਣ ਕੇ ਆਏ ਨੇ। ਤੇ ਉਹਨਾਂ ਨੇ ਦਰ ਖੋਲਿਆ, ਤੇ ਦਰ ਖੋਲ ਕੇ ਪੁੱਛਿਆ
ਵੀ ਕਿਸ ਵਖਰ ਕੇ ਤੁਮ ਵਣਜਾਰੇ, ਬਚਨ ਹੁੰਦੇ ਨੇ ਉੱਥੇ। ਤਾਂ ਗੁਰਮੁਖ ਕਹਿਣ ਲੱਗੇ ਸਾਚ ਵਖਰ ਕੇ ਹਮ ਵਣਜਾਰੇ। ਹੁਣ ਵਿਚਾਰ ਹੋਈ ਕਿਉਂ ਕਰ ਸਾਥ ਲੰਘਾਵੋ ਪਾਰੇ, ਗੁਰਮੁਖ ਸਾਥ ਲੰਘਾਵੋ ਪਾਰੇ। ਵੀ ਨਹੀਂ ਸੀ ਪਤਾ ਸਾਨੂੰ ਵੀ, ਅਸੀਂ ਵੀ ਜਾ ਰਹੇ ਸੀ ਦੂਸਰੇ ਰਸਤੇ, ਕੱਚਾ ਮਾਲ ਇਕੱਠਾ ਕਰੀ ਫਿਰਦੇ ਸੀ। ਗੁਰਮੁਖਾਂ ਦਾ ਸੰਗ ਹੋ ਗਿਆ, ਭੇਦ ਖੁੱਲਾ ਵੀ ਅਸਲੀ ਰਤਨ ਤਾਂ ਇੱਥੇ ਬੈਠੇ, ਇੱਥੇ ਛੁਪੇ ਹੋਏ ਨੇ, ਤੇ ਅਸੀਂ ਵਪਾਰੀ ਬਣ ਕੇ ਆਏ ਹਾਂ, ਤੁਹਾਡੀ ਸ਼ਰਨ ਵਿੱਚ ਆਏ ਹਾਂ, ਤੇ ਸਾਡੇ ਤੇ ਕਿਰਪਾ ਕਰੋ। ਉਥੇ ਜਿਹੜਾ ਪ੍ਰਵੇਸ਼ ਹੋਏ ਗੁਰਮੁਖ ਫਿਰ ਕੀ ਬੇਨਤੀ ਕਰਦੇ, ਬੇਨਤੀ ਕਰਨ ਲੱਗੇ ਮਾਲਕ ਦੇ ਅੱਗੇ, ਪਰਮਾਤਮਾ ਦੇ ਅੱਗੇ। ਤੇ ਕਿੱਥੇ ਬੇਨਤੀ ਕਰ ਰਹੇ ਨੇ? ਸੁਣ ਹੋਏ 10ਵੇਂ ਦੁਆਰ ਵਿੱਚ। ਤੇ ਕਹਿਣ ਲੱਗੇ ਪਰਦੇਸ ਝਾਗ ਸੌਦੇ ਕੋ ਆਇਆ, ਵਸਤ ਅਨੂਪ ਸੁਣੀ ਲੁਭਾਇਆ, ਗੁਣ ਰਾਸ ਬਨ ਪੱਲੇ ਆਨੀ, ਰਤਨ ਦੇਖ ਇਹ ਮਨ ਲਪਟਾਨੀ, ਸ਼ਾਹ ਵਪਾਰੀ ਦੁਆਰੇ ਆਏ, ਵਖਰ ਕੱਢੋ ਸੌਦਾ ਕਰਾਏ। ਵੀ ਅਸੀਂ ਤਾਂ ਹੁਣ ਵਪਾਰੀ ਬਣ ਕੇ ਆਏ ਹਾਂ, ਤੇ ਕੱਢੋ ਸੌਦਾ, ਵਖਰ ਕੱਢੋ ਸਾਨੂੰ ਦਿਓ। ਹੁਣ ਉੱਥੇ ਜਦੋਂ ਗੁਰਮੁਖਾਂ ਨੇ ਬੇਨਤੀ ਕੀਤੀ ਤੇ ਮਾਲਕ ਖੁਸ਼ ਹੋ ਗਿਆ। ਉਹਨਾਂ ਵੀ ਵਪਾਰੀ ਆਏ ਨੇ, ਖੁਸ਼ ਨੇ, ਕਿਉਂਕਿ ਵਿਰਲਾ ਵਿਰਲਾ ਪਹੁੰਚਦਾ ਹੈ ਵਪਾਰੀ। ਤੇ ਖੁਸ਼ ਹੋ ਕੇ ਗੁਰਮੁਖਾਂ ਨੂੰ ਫਿਰ ਉੱਥੇ ਬਖਸ਼ਿਸ਼ ਕੀਤਾ, ਰਤਨ ਜਵੇਹਰ ਲਾਲ ਹਰ ਨਾਮਾ, ਗੁਰ ਕਾਢ ਤਲੀ ਦਿਖਲਾਇਆ। ਮਾਲਕ ਖੁਸ਼ ਨੇ ਤੇ ਬਖਸ਼ਿਸ਼ ਕੀਤਾ, ਲਓ ਜੀ। ਉਥੇ ਕੀ ਬਖਸ਼ਿਸ਼ ਕਰਦੇ ਨੇ, ਉਸ ਨੂੰ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ। ਉਥੇ ਪਰਮਾਤਮਾ ਵੱਲੋਂ, ਨਿਰੰਕਾਰ ਵੱਲੋਂ ਮਨ ਬੱਚੇ ਨੂੰ ਨਾਮ ਬਖਸ਼ਿਸ਼ ਹੁੰਦਾ। ਤੇ ਜਦੋਂ ਨਾਮ ਬਖਸ਼ਿਸ਼ ਹੋਇਆ ਤੇ ਮਾਤਾ ਪਿਤਾ ਫਿਰ ਪੁੱਛਣ ਲੱਗੇ ਕਿ ਦੱਸੋ ਤੁਹਾਨੂੰ ਹੋਰ ਕੀ ਚਾਹੀਦਾ, ਵੀ ਜੇ ਕੋਈ ਹੋਰ ਇੱਛਾ ਹੈ ਤਾਂ ਉਹ ਵੀ ਦੱਸ ਦਿਓ। ਹੁਣ ਉੱਥੇ ਜਦੋਂ ਬੈਠੇ ਹੋਏ ਨੇ, ਜੇ ਮਾੜਾ ਇੱਧਰ ਨੂੰ ਧਿਆਨ ਕਰਦੇ ਨੇ ਤੇ ਬਹੁਤ ਕੁਛ ਪਿਆ ਹੋਇਆ ਹੈ। ਹਰ ਮੰਦਰ ਵਸਤ ਅਨੇਕ ਹੈ, ਨੌਨਿਤ ਨਾਮ ਸੰਭਾਲ। ਪਰ ਗੁਰਮੁਖਾਂ ਨੇ ਉੱਥੇ ਨੌਨਿਤ ਨਾਮ ਨੂੰ ਪ੍ਰਾਪਤ ਕਰਨਾ। ਉਹਨਾਂ ਪੁੱਛਿਆ ਵੀ ਦੱਸੋ ਹੋਰ ਕੁਛ ਚਾਹੀਦਾ ਹੈ, ਪਾਉਂਦੇ ਵੀ ਨਹੀਂ, ਹੋਰ ਨਹੀਂ ਕੁਛ ਚਾਹੀਦਾ। ਇੱਕ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ, ਇਹ ਜਿਹੜਾ ਤੁਸੀਂ ਨਾਮ ਬਖਸ਼ਿਸ਼ ਕੀਤਾ ਹੈ ਤੇ ਕਿਰਪਾ ਕਰੋ ਇਹ ਮੇਰੇ ਮਨ ਵਿੱਚ ਵਸ ਜਾਏ ਤੇ ਮੈਂ ਇਹਦੇ ਵਿੱਚ ਸਮਾ ਜਾਵਾਂ, ਤਾਂ ਜੋ ਮੇਰਾ ਜਨਮਨ ਖੰਡਨ ਹੋ ਜਾਵੇ। ਹੁਣ ਉੱਥੇ ਫਿਰ ਗੁਰਮੁਖ ਕੀ ਬੇਨਤੀ ਕਰਦੇ ਨੇ, ਸਨਮੁਖ ਹੋ ਕੇ ਕਹਿਣ ਲੱਗੇ ਇੱਕ ਨਾਨਕ ਕੀ ਅਰਦਾਸ, ਜੇ ਤੁਧ ਭਾਵ ਸੀ ਮੈਂ ਦੀਜੇ ਨਾਮ ਨਿਵਾਸ, ਹਰ ਗੁਣ ਗਾਵ ਸੀ। ਮੈਂ ਦੀਜੇ ਨਾਮ ਹਰ ਅੰਮ੍ਰਿਤ ਨਾਮ, ਮੈਂ ਦੀਜੇ ਨਾਮ ਨਿਵਾਸ। ਵੀ ਮੇਰਾ ਇਹ ਨਾਮ ਦੇ ਵਿੱਚ ਵਾਸਾ ਹੋ ਜਾਵੇ, ਮੇਰੇ ਤੇ ਕਿਰਪਾ ਕਰ। ਮਾਲਕ ਖੁਸ਼ ਨੇ। ਫਿਰ ਉੱਥੇ ਨਾਮ ਦੇ ਵਿੱਚ ਸਮਾਉਣ ਵਾਸਤੇ ਉਹਨਾਂ ਨੂੰ ਹੁਕਮ ਕੀਤਾ ਵੀ ਬੈਠੋ, ਵੀ ਇੱਥੇ ਬੈਠ ਕੇ ਹੁਣ ਨਾਮ ਦੇ ਵਿੱਚ ਧਿਆਨ ਰੱਖ ਕੇ, ਸਨਮੁਖ ਧਿਆਨ ਰੱਖ ਕੇ ਹੁਣ ਅਭਿਆਸ ਕਰੋ। ਤੇ ਗੁਰਮੁਖ ਉੱਥੇ ਕਿਸਾ ਅਭਿਆਸ ਕਰਦੇ, ਨਾਮ ਨਿਧਾਨ ਧਿਆਨ ਅੰਤਰਗਤ, ਤੇਜ ਪੁੰਜ ਤਹਿ ਲੋਗ ਪ੍ਰਗਾਸਾ, ਦੇਖਤ ਦਰਸ਼ ਭਟਕ ਭਰਮ ਭਜਤ ਦੁਖ ਪਰ ਹਰ, ਸੁਖ ਸਹਿਜ ਵਿਕਾਸਾ। ਇਹ ਫਿਰ ਇਸ ਤੋਂ ਉੱਪਰਲੀ ਅਵਸਥਾ ਹੈ। ਨਾਮ ਦੇ ਵਿੱਚ ਸਮਾਉਣ ਵਾਸਤੇ ਫਿਰ ਉੱਥੇ ਆਪਾਂ ਅਭਿਆਸ ਕਰਨਾ ਹੁੰਦਾ। ਜਿਨ੍ਹਾਂ ਗੁਰਮੁਖਾਂ ਦੇ ਅੰਦਰ ਨਾਮ ਪ੍ਰਗਟ ਹੈ, ਉਹਨਾਂ ਨੇ ਉਸ ਨਾਮ ਦੇ ਵਿੱਚ ਧਿਆਨ ਰੱਖ ਕੇ ਸਨਮੁਖ ਹੋ ਕੇ ਅਭਿਆਸ ਕਰਨਾ ਹੁੰਦਾ। ਉਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਕਿ ਐਸੀ ਅਵਸਥਾ ਦੇ ਵਿੱਚ ਜਦੋਂ ਗੁਰਮੁਖਾਂ ਨੇ ਅਭਿਆਸ ਕੀਤਾ, ਉਹ ਨਾਮ ਦੇ ਵਿੱਚ ਸਮਾ ਗਿਆ।
ਤੇ ਜਦੋਂ ਗੁਰਮੁਖਾਂ ਨੂੰ ਮਾਲਕ ਨੇ, ਮਾਤਾ ਪਿਤਾ ਨੇ ਜੋ ਧਨ ਦਿੱਤਾ ਸੀ, ਉਹਨਾਂ ਦੇ ਮਨ ਦੇ ਵਿੱਚ ਵਸ ਗਿਆ। ਸਤਿਗੁਰ ਸੋ ਧਨ ਸੌਂਪਿਆ, ਜੋ ਜੀ ਮੇ ਰਿਹਾ ਸਮਾਇਆ। ਉਹਨਾਂ ਦਾ ਵਾਸਾ ਨਾਮ ਦੇ ਵਿੱਚ ਹੋ ਗਿਆ, ਨਾਮ ਉਹਨਾਂ ਦੇ ਅੰਦਰ ਵਸ ਗਿਆ। ਤੇ ਜਿਹੜੇ ਨਾਮ ਦੇ ਵਿੱਚ ਸਮਾ ਗਏ, ਨਾਮ ਦੇ ਵਿੱਚ ਜਿਨ੍ਹਾਂ ਦਾ ਵਾਸਾ ਹੋ ਗਿਆ, ਜਿਸ ਤਰ੍ਹਾਂ ਆਪਣਾ ਇਧਰ ਪਾਉਣ ਦੇ ਵਿੱਚ ਵਾਸਾ ਹੈ, ਤੇ ਜਿਹਦਾ ਨਾਮ ਦੇ ਵਿੱਚ ਵਾਸਾ ਹੋ ਗਿਆ, ਉਹਦਾ ਜਨਮਨ ਖੰਡਨ ਹੋ ਗਿਆ ਤੇ ਖੰਡਾਂ ਬ੍ਰਹਮੰਡਾਂ ਦੇ ਸੋਭਾ ਹੋ ਗਿਆ। ਤਾਂ ਮਰ ਕਹਿੰਦੇ ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੈ, ਅਬਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋ ਖੰਡ ਬ੍ਰਹਮੰਡਾ। ਐਸਾ ਗੁਰਮੁਖ ਗੁਰੂ ਦੇ ਰਾਹੀਂ ਨਾਮ ਪ੍ਰਾਪਤ ਕਰਕੇ ਉਸ ਨਾਮ ਦੇ ਵਿੱਚ ਵਾਸਾ ਕਰ ਲੈਂਦੇ ਨੇ, ਨਾਮ ਦੇ ਵਿੱਚ ਸਮਾ ਲੈਂਦੇ ਨੇ ਤੇ ਵੱਡੇ ਭਾਗਾਂ ਵਾਲੇ ਬਣ ਜਾਂਦੇ ਨੇ। ਇਸ ਕਰਕੇ ਆਪਾਂ ਅੱਜ ਦਾ ਜੋ ਇਹ ਵਿਸ਼ਾ ਹੈ, ਇਹਦੇ ਵਿੱਚੋਂ ਨਾਮ ਦਾ ਭੇਦ ਲੈ ਕੇ ਉਸ ਨਾਮ ਦੇ ਵਿੱਚ ਸਮਾਉਣ ਦਾ ਤਰੀਕਾ ਆਪਾਂ ਸਿੱਖਣਾ ਹੈ। ਸੋ ਸਾਰੀਆਂ ਸੰਗਤਾਂ ਦਾ ਪਿਆਰ ਦੇ ਨਾਲ ਜੋ ਸਰਵਣ ਕਰਨ, ਬਹੁਤ ਬਹੁਤ ਧੰਨਵਾਦ। ਇਸ ਤਰ੍ਹਾਂ ਹੀ ਸਰਵਣ ਕਰਦੇ ਹਾਂ। ਜੋ ਤੁਹਾਡੇ ਅੰਦਰੋਂ ਕੋਈ ਸਵਾਲ, ਕੋਈ ਗੁਰਬਾਣੀ ਦਾ ਵਿਚਾਰ ਪ੍ਰਗਟ ਹੋਵੇ ਤਾਂ ਤੁਸੀਂ ਸੰਪਰਕ ਕਰਕੇ ਇੱਕ ਬਾਣੀ ਚੈਨਲ ਦੇ ਨਾਲ ਉਹਨਾਂ ਨੂੰ ਪੁੱਛ ਸਕਦੇ ਹੋ ਤੇ ਉਸ ਨੂੰ ਆਪਾਂ ਅਗਲੀ ਵਿਚਾਰ ਦੇ ਵਿੱਚ ਨਾਲ ਫਿਰ ਵਿਚਾਰ ਕਰ ਸਕਦੇ ਹਾਂ। ਗੁਰਬਾਣੀ ਦੁਆਰਾ ਉਸ ਨੂੰ ਹੋਰ ਖੋਲ੍ਹ ਸਕਦੇ ਹਾਂ। ਸੋ ਆਪ ਸਾਰੀਆਂ ਸੰਗਤਾਂ ਦਾ, ਇਹ ਚੈਨਲ ਦਾ ਜੋ ਸੇਵਾ ਕਰ ਰਹੇ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।